ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਆਪ ਜੀ ਇਸ ਵਿਸ਼ੇਸ਼ ਗੁਰਮਤਿ ਕਲਾਸ ਦੇ ਵਿੱਚ ਜੁੜਦੇ ਹੋ। ਸਤਿਗੁਰਾਂ ਦੀ ਰਹਿਮਤ ਸਦਕਾ ਆਪਾਂ ਸੋਹਿਲਾ ਸਾਹਿਬ ਦੀ ਬਾਣੀ ਦੀ ਜੋ ਸੰਥਿਆ ਤੇ ਵਿਚਾਰ ਆਰੰਭ ਕੀਤੀ ਸੀ, 2 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਆਪਾਂ ਵਿਚਾਰ ਚੁੱਕੇ ਹਾਂ। ਅੱਜ ਆਪਾਂ ਉਹਨਾਂ ਦਾ ਤੀਸਰਾ ਸ਼ਬਦ ਜੋ ਆਰਤੀ ਰੂਪ ਹੈ, ਜੋ ਧਨਾਸਰੀ ਰਾਗ ਦੀ ਆਰਤੀ ਵੀ ਹੈ ਤੇ ਸੋਹਿਲਾ ਸਾਹਿਬ ਦਾ ਵੀ ਸ਼ਬਦ ਹੈ, ਉਸ ਸ਼ਬਦ ਨੂੰ ਆਪਾਂ ਅੱਜ ਸੰਥਿਆ ਕਰਨੀ ਹੈ ਤੇ ਵਿਚਾਰਨਾ ਹੈ। ਸਤਿਗੁਰਾਂ ਨੇ ਬੜੀ ਮਿਹਰਮਤ ਕੀਤੀ ਹੈ ਕਿ ਆਪ ਜੀ ਇਸ ਸੰਧਿਆ ਦੀ ਕਲਾਸ ਦੇ ਵਿੱਚ ਜੁੜਦੇ ਹੋ ਤੇ ਗੁਰੂ ਦੀ ਜੋ ਮੱਤ ਹੈ ਉਹਨੂੰ ਗ੍ਰਹਿਣ ਕਰਦੇ ਹੋ। ਸੋ ਆਪਾਂ ਆਪ ਸੰਗਤ ਜੁੜ ਚੁੱਕੇ ਹੋ। ਆਪਾਂ ਇਸ ਸ਼ਬਦ ਜੋ ਆਪ ਜੀ ਦੀ ਸਕਰੀਨ ਤੇ ਆ ਰਿਹਾ ਹੈ, ਇਹਦੀ ਸੰਥਿਆ ਤੇ ਵਿਚਾਰ ਦੀ ਆਪਾਂ ਆਰੰਭਤਾ ਕਰਨੀ ਆ। ਇਹ ਸਤਿਗੁਰਾਂ ਦਾ ਸ਼ਬਦ ਇੱਥੇ ਸਿਰਫ ਲਿਖਿਆ ਹੈ ਕਿ ਰਾਗ ਧਨਾਸਰੀ ਮਹੱਲਾ ਪਹਿਲਾ, ਪਰ ਜਦੋਂ ਅਸੀਂ ਆਰਤੀ ਦੇ ਵਿੱਚ ਧਨਾਸਰੀ ਰਾਗ ਦੇ ਵਿੱਚ ਪੜ੍ਹਦੇ ਹਾਂ, ਉਸ ਜਗ੍ਹਾ ਦੇ ਉੱਤੇ ਸ਼ਬਦ ਜਿਹੜਾ ਹੈ ਆਰਤੀ ਨਾਲ ਸਿਰਲੇਖ ਆਇਆ ਹੈ। ਇਸ ਕਰਕੇ ਜਿਹੜਾ ਸ਼ਬਦ ਹੈ ਉਸ ਆਰਤੀ ਦੇ ਨਾਲ ਰਲਦਾ ਹੈ, ਭਾਵ ਉਸ ਸ਼ਬਦ ਦੇ ਨਾਲ ਮੇਲ ਖਾਂਦਾ ਹੈ। ਉੱਥੇ ਸਿਰਲੇਖ ਆਰਤੀ ਹੈ, ਪਰ ਇੱਥੇ ਸਿਰਲੇਖ ਆਰਤੀ ਨਹੀਂ ਹੈ, ਪਰ ਦੋਵੇਂ ਸ਼ਬਦ ਜਿਹੜੇ ਹਨ ਉਹ ਇੱਕੋ ਜਿਹੇ ਹਨ, ਥੋੜਾ ਜਿਹਾ ਫਰਕ ਹੈ। ਜਦੋਂ ਰਾਗੀ ਸਿੰਘ ਆਰਤੀ ਗਾਉਂਦੇ ਆ ਉਦੋਂ ਧਨਾਸਰੀ ਰਾਗ ਦੀ ਆਰਤੀ ਗਾਉਂਦੇ ਆ। ਇਸ ਕਰਕੇ ਕੁਝ ਜਗ੍ਹਾ ਦੇ ਉੱਤੇ ਅਸੀਂ ਜਦੋਂ ਨਾਲ ਪੜ੍ਹਦੇ ਹਾਂ ਤੇ ਅਸੀਂ ਗਲਤ ਹੋ ਜਾਂਦੇ ਹਾਂ ਤੇ ਸਾਨੂੰ ਇੰਝ ਲੱਗਦਾ ਜਿਵੇਂ ਰਾਗੀ ਸਿੰਘ ਗਲਤ ਗਾਉਂਦੇ ਹੋਣ। ਸ਼ਬਦਾਂ ਦੀ ਥੋੜੀ ਜੀ ਜਿਹੜੀ ਹੈ ਇਹਦੇ ਵਿੱਚ ਫਰਕ ਹੈ, ਉਹ ਆਪਾਂ ਜਿਹੜਾ ਵਿਚਾਰ ਕੇ ਅੱਗੇ ਚੱਲਦੇ ਹਾਂ। ਸੋ ਇਸ ਤੋਂ ਪਹਿਲਾਂ ਵੀ ਮੈਂ ਦੱਸਿਆ ਸੀ ਆਪ ਜੀ ਨੂੰ ਕਿ ਜਿੰਨੇ ਵੀ ਇਹ ਸ਼ਬਦ ਆਏ ਹਨ ਇਸ ਜੋ ਨਿਤਨੇਮ ਦੇ ਵਿੱਚ ਹੈ, ਜੋ ਸ਼ਬਦਾਂ ਦੇ ਉੱਤੇ ਜਿਸ ਰਾਗ ਦਾ ਨਾਮ ਲਿਖਿਆ ਹੈ ਉਹ ਦੁਬਾਰੇ ਉਹ ਸ਼ਬਦ ਫਿਰ ਉਸ ਰਾਗ ਦੇ ਵਿੱਚ ਵੀ ਆਇਆ ਹੈ। ਇਹ ਆਰੰਭ ਦੇ ਵਿੱਚ 13 ਅੰਗ ਜਿਹੜੇ ਹਨ ਉਹਨਾਂ ਦੇ ਉੱਤੇ ਜਿਹੜੇ ਸ਼ਬਦ ਜਿਸ ਰਾਗ ਦੇ ਨਾਲ ਲਿਖੇ ਹਨ, ਜਿਵੇਂ ਇਸ ਸ਼ਬਦ ਦੇ ਉੱਪਰ ਧਨਾਸਰੀ ਮਹੱਲਾ ਪਹਿਲਾ ਲਿਖਿਆ ਤੇ ਦੁਬਾਰਾ ਇਹੀ ਸ਼ਬਦ ਜਿਹੜਾ ਧਨਾਸਰੀ ਰਾਗ ਦੇ ਵਿੱਚ ਧਨਾਸਰੀ ਮਹੱਲਾ ਪਹਿਲਾ ਸਿਰਲੇਖ ਉਹਦਾ ਆਰਤੀ ਹੋਏਗਾ, ਉਸ ਜਗ੍ਹਾ ਦੇ ਉੱਤੇ ਸ਼ਬਦ ਆਰਤੀ ਨਾਲ ਲਿਖਿਆ ਆਏਗਾ। ਇਸ ਕਰਕੇ ਥੋੜੇ ਫਰਕ ਦੇ ਨਾਲ ਇਹ ਸ਼ਬਦ ਜਿਹੜੇ ਆ ਉਹ ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਨੇ ਆਪਣਾ ਇਹ ਸ਼ਬਦ ਤੇ ਦੂਸਰੇ ਸਤਿਗੁਰਾਂ ਨੇ ਵੀ ਆਪਣੇ ਸ਼ਬਦ ਜਿਹੜੇ ਉਹਨਾਂ ਰਾਗਾਂ ਦੇ ਵਿੱਚ ਦੁਬਾਰਾ ਜਿਹੜੇ ਉਹ ਲਿਖੇ ਆ, ਦਰਜ ਕੀਤੇ ਆ, ਪਰ ਥੋੜਾ ਜਿਹਾ ਫਰਕ ਹੈ। ਜਿਵੇਂ ਆਪਾਂ ਇਹ ਜ਼ਿਆਦਾਤਰ ਆਪਾਂ ਗਾਉਣ ਵਾਲੇ ਜਾਂ ਪੜ੍ਹਨ ਵਾਲੇ ਇਹ ਸ਼ਬਦ ਜ਼ਿਆਦਾ ਪੜ੍ਹਦੇ ਆ, ਇਸ ਕਰਕੇ ਇਹਦੇ ਵਿੱਚ ਕੀ ਫਰਕ ਹਨ ਉਹ ਆਪਾਂ ਪਹਿਲਾਂ ਜਾਣ ਲਈਏ। ਸਭ ਤੋਂ ਪਹਿਲਾ ਸ਼ਬਦ ਹੈ ਕਿ ਇੱਥੇ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਹੈ ਸ਼ਬਦ ਹੈ ਨਾ, ਤੇ ਉਸ ਜਗ੍ਹਾ ਦੇ ਉੱਤੇ ਹੈ ਹਾਹੇ ਨੂੰ ਦਲਾਵਾਂ ਲੱਗੀਆਂ ਹੋਈਆਂ। ਆਰਤੀ ਜਿੱਥੇ ਹੈ ਆਰਤੀ ਸ਼ਬਦ, ਉਸ ਜਗ੍ਹਾ ਦੇ ਉੱਤੇ ਹੈ ਸ਼ਬਦ ਹੈ, ਹਾਹੇ ਨੂੰ ਦਲਾਵਾਂ ਲੱਗੀਆਂ ਹੋਈਆਂ, ਇਹਦਾ ਫਰਕ ਹੈ। ਫਿਰ ਉਸ ਤੋਂ ਬਾਅਦ ਜੋ ਤੋਹੀ ਸ਼ਬਦ ਹੈ ਨਾ, ਸਹਿਸ ਮੂਰਤ ਨਾ ਏਕ ਤੋਹੀ, ਇੱਥੇ ਔਂਕੜ ਲੱਗਾ ਹੈ, ਉੱਥੇ ਔਂਕੜ ਨਹੀਂ ਲੱਗਾ ਆ, ਉੱਥੇ ਸੱਤੇ ਨੂੰ ਹੋੜਾ ਹਾਹੇ ਬਿਹਾਰੀ ਤੋਹੀ ਸ਼ਬਦ ਹੈ। ਫਿਰ ਇਸ ਤੋਂ ਬਾਅਦ ਸ਼ਬਦ ਹੈ ਤਿਸ ਦੈ ਚਾਨਣ ਸਾਹਮਣੇ ਚਾਨਣ ਹੋਏ, ਇੱਥੇ ਤਿਸ ਦੈ ਚਾਨਣ ਸਾਹਮਣੇ ਚਾਨਣ ਹੋਏ ਹੈ, ਤੇ ਉਸ ਜਗ੍ਹਾ ਦੇ ਉੱਤੇ ਜਿੱਥੇ ਆਰਤੀ ਦਰਜ ਹੈ ਉੱਥੇ ਤਿਸ ਕੈ ਕੱਕੇ ਨੂੰ ਦਲਾਵਾਂ ਲੱਗੀਆਂ ਹੋਈਆਂ, ਤਿਸ ਕੈ ਚਾਨਣ ਸਾਹਮਣੇ ਚਾਨਣ ਹੋਏ। ਇਸ ਕਰਕੇ ਜਦੋਂ ਰਾਗੀ ਸਿੰਘ ਤਿਸ ਕੈ ਚਾਨਣ ਪੜ੍ਹਦੇ ਆ ਤੇ ਸਾਨੂੰ ਲੱਗਦਾ ਰਾਗੀ ਸਿੰਘ ਗਲਤੀ ਕਰ ਗਏ, ਨਹੀਂ, ਉਹ ਰਾਗੀ ਸਿੰਘਾਂ ਦੀ ਗਲਤੀ ਨਹੀਂ, ਉਹ ਸਾਡੀ ਗਲਤੀ ਹੈ, ਕਿਉਂਕਿ ਸਾਡੇ ਮੂੰਹ ਦੇ ਉੱਤੇ ਇਹ ਸ਼ਬਦ ਚੜਿਆ ਹੋਇਆ ਸੋਹਿਲਾ ਸਾਹਿਬ ਵਾਲਾ, ਪਰ ਜੋ ਰਾਗੀ ਸਿੰਘ ਗਾਉਂਦੇ ਆ ਉਹ ਧਨਾਸਰੀ ਰਾਗ ਦੀ ਆਰਤੀ ਗਾਉਂਦੇ ਆ। ਇਸ ਕਰਕੇ ਤਿਸ ਕੈ ਹੈ ਉੱਥੇ ਉਸ ਜਗ੍ਹਾ ਦੇ ਉੱਤੇ, ਇੱਥੇ ਤਿਸ ਦੈ ਚਾਨਣ ਹੈ। ਫਿਰ ਉਸ ਤੋਂ ਬਾਅਦ ਹਰ ਚਰਨ
ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ। ਇਹ ਦੋ ਸ਼ਬਦ ਹੈ। ਕਵਲ, ਕਵਲ ਦੀ ਥਾਂ ਤੇ ਉਸ ਜਗ੍ਹਾ ਦੇ ਉੱਤੇ ਕਮਲ ਸ਼ਬਦ ਹੈ। ਕਮਲ ਧਨਾਸਰੀ ਰਾਗ ਦੇ ਵਿੱਚ ਆਰਤੀ ਦੇ ਵਿੱਚ ਕਮਲ ਸ਼ਬਦ ਹੈ ਮੰਮੇ ਨਾਲ, ਇਸ ਜਗ੍ਹਾ ਦੇ ਉੱਤੇ ਕਵਲ ਸ਼ਬਦ ਹੈ ਵਾਵੇ ਨਾਲ। ਤੇ ਅਨ ਦਿਨੋ ਸ਼ਬਦ ਜੋ ਹੈ ਉਸ ਜਗ੍ਹਾ ਦੇ ਉੱਤੇ ਆਰਤੀ ਦੇ ਵਿੱਚ ਅਨ ਦਿਨੋ ਸ਼ਬਦ ਦੇ ਨੰਨਾ ਜਿਹੜਾ ਉਹ ਪੈਰ ਦੇ ਵਿੱਚ ਔਂਕੜ ਨਹੀਂ ਹੈ, ਪਰ ਇੱਥੇ ਆਪਾਂ ਦੇਖਦੇ ਇੱਥੇ ਪੈਰ ਦੇ ਵਿੱਚ ਔਂਕੜ ਹੈ। ਫਿਰ ਅਖੀਰ ਦੇ ਉੱਤੇ ਹੋਏ ਜਾ ਤੇ ਤੇਰਾ ਨਾਏ ਵਾਸਾ, ਇੱਥੇ ਨਾਏ ਵਾਸਾ ਹੈ ਤੇ ਆਰਤੀ ਦੇ ਵਿੱਚ ਨਾਮ ਵਾਸਾ ਹੈ। ਹੋਏ ਜਾ ਤੇ ਤੇਰੇ ਨਾਮ ਵਾਸਾ, ਉੱਥੇ ਨਾਮ ਸ਼ਬਦ ਹੈ। ਇਸ ਕਰਕੇ ਇਹ ਜਿਹੜੇ ਛੋਟੇ ਛੋਟੇ ਫਰਕ ਜਿਹੜੇ ਨਾਲ ਜਿਹੜਾ ਇਹ ਸ਼ਬਦ ਉਸ ਜਗ੍ਹਾ ਦੇ ਉੱਤੇ ਆਰਤੀ ਦੇ ਵਿੱਚ ਧਨਾਸਰੀ ਰਾਗ ਦੇ ਵਿੱਚ ਵੀ ਦਰਜ ਹੈ। ਸੋ ਆਪਾਂ ਇਹ ਸੋਹਿਲਾ ਸਾਹਿਬ ਦਾ ਜਿਹੜਾ ਸ਼ਬਦ ਹੈ ਉਹ ਵਿਚਾਰਨਾ ਹੈ। ਇਹਦੀ ਇੱਕ ਉਥਾਨਿਕਾ ਵੀ ਹੈ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਇਸ ਸ਼ਬਦ ਦੇ ਉਚਾਰਨ ਕਰਨ ਦਾ ਪਤਾ ਵੀ ਹੈ ਇਹ ਸ਼ਬਦ ਕਿਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਉਚਾਰਨ ਕੀਤਾ। ਤਾਂ ਉਹ ਥੋੜੀ ਜਿਹੀ ਆਪਾਂ ਵਿਚਾਰ ਕਰਕੇ ਫਿਰ ਇਸ ਸ਼ਬਦ ਦੇ ਅਰਥ ਕਰਦੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਦੀਨ ਦੁਨੀਆ ਨੂੰ ਤਾਰਦੇ ਹੋਏ ਜਗਨਨਾਥ ਪਹੁੰਚਦੇ ਆ ਤੇ ਜਗਨਨਾਥ ਦਾ ਜਿਹੜਾ ਮੁੱਖ ਮੰਦਿਰ ਹੈ ਜਗਨਨਾਥਪੁਰੀ ਦੇ ਵਿੱਚ ਪਹੁੰਚਦੇ ਆ। ਉਸ ਪੁਰੀ ਦੇ ਵਿੱਚ ਜਿਹੜਾ ਜਗਨਨਾਥ ਦਾ ਮੰਦਿਰ ਹੈ ਉਸ ਮੰਦਿਰ ਦੇ ਬਾਹਰ ਸਤਿਗੁਰੂ ਜਿਹੜੇ ਆ ਜਾ ਕੇ ਬੈਠਦੇ ਆ, ਬਿਰਾਜਮਾਨ ਹੁੰਦੇ ਆ। ਮੰਗੂ ਮੱਠ ਜਿਸ ਜਗ੍ਹਾ ਦੇ ਉੱਤੇ ਹੈ ਸਥਾਪਿਤ, ਉਸ ਜਗ੍ਹਾ ਦੇ ਉੱਤੇ ਸਤਿਗੁਰੂ ਜਾ ਕੇ ਬੈਠਦੇ ਆ ਤੇ ਉਹ ਸਮੁੰਦਰ ਦਾ ਕਿਨਾਰਾ ਆ ਤੇ ਉੱਥੋਂ ਦੇ ਲੋਕ ਜਿਹੜੇ ਆ ਖਾਰਾ ਪਾਣੀ ਹੋਣ ਕਰਕੇ ਬੜਾ ਜਿਹੜਾ ਸੀ ਦੁਖੀ ਸਨ, ਕਿਉਂਕਿ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ। ਉੱਥੇ ਫਿਰ ਸਤਿਗੁਰਾਂ ਨੇ ਜੀਵਾਂ ਤੇ ਤਰਸ ਕਰਕੇ ਧਰਤੀ 'ਚ ਮਿੱਠਾ ਜਲ ਪ੍ਰਗਟ ਕੀਤਾ। ਉੱਥੇ ਬੌਲੀ ਸਾਹਿਬ ਵੀ ਬਣੀ ਹੋਈ ਹੈ, ਬੌਲੀ ਸਾਹਿਬ ਸੁਸ਼ੋਭਿਤ ਹੈ ਉਸ ਜਗ੍ਹਾ ਦੇ ਉੱਤੇ। ਤੇ ਫਿਰ ਸਤਿਗੁਰਾਂ ਦਾ ਸੁਭਾਅ ਹੁੰਦਾ ਸੀ ਜਿਸ ਜਗ੍ਹਾ ਤੇ ਵੀ ਗੁਰੂ ਨਾਨਕ ਸਾਹਿਬ ਜਾਂਦੇ ਸੀ ਉਹ ਛੋਟਿਆਂ ਨੂੰ ਨਹੀਂ, ਅਸਲ ਦੇ ਵਿੱਚ ਵੱਡਿਆਂ ਨੂੰ ਖੜਦੇ ਸਨ। ਇਹ ਨਹੀਂ ਕਿ ਕੋਈ ਛੋਟੇ ਮੰਦਿਰ ਦੇ ਵਿੱਚ ਬੈਠ ਕੇ ਜਾਂ ਛੋਟੀ ਮਸਜਿਦ 'ਚ ਬੈਠ ਕੇ। ਸਤਿਗੁਰੂ ਜਿਹੜੇ ਵੱਡੇ ਹੁੰਦੇ ਸਨ ਨਾ, ਵੱਡੇ ਪੂਜਾ ਕਰਨ ਵਾਲੇ ਧਰਮਾਤਮਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਸਨ, ਸਤਿਗੁਰੂ ਸਿੱਧੀ ਉਹਨਾਂ ਨਾਲ ਚਰਚਾ ਕਰਦੇ ਸਨ। ਇਸ ਕਰਕੇ ਉਹਨਾਂ ਦਾ ਸੁਭਾਅ ਸੀ ਸਤਿਗੁਰਾਂ ਦਾ, ਗੁਰੂ ਨਾਨਕ ਸਾਹਿਬ ਦਾ। ਜੇ ਹਰਿਦੁਆਰ ਗਏ ਉੱਥੇ ਵੀ ਸਿੱਧਾ ਹਰਿਦੁਆਰ ਦਾ ਜਿਹੜਾ ਕੁੰਭ ਹੈ ਉਹਦੇ ਵਿੱਚ ਜਾ ਕੇ ਤੇ ਸੂਰਜ ਨੂੰ ਪਾਣੀ ਦੇਣਾ ਸ਼ੁਰੂ ਕਰਤਾ। ਜੇ ਸਤਿਗੁਰੂ ਕੁਰੂਕਸ਼ੇਤਰ ਗਏ ਆ, ਉੱਥੋਂ ਦਾ ਨਾਨੂ ਬ੍ਰਾਹਮਣ ਜਿਹੜਾ ਸੀ ਉਹ ਆਪਣੇ ਆਪ ਨੂੰ ਨਾਨਕ ਕਹਿੰਦਾ ਸੀ, ਕਿਉਂਕਿ ਉਹਨੇ ਵੇਦਾਂ ਦੇ ਵਿੱਚ ਸ਼ਾਸਤਰਾਂ 'ਚ ਗੱਲ ਪੜ੍ਹੀ ਸੀ ਕਿ ਇੱਕ ਨਾਨਕ ਆਏਗਾ ਜਗਤ ਦਾ ਉਧਾਰ ਕਰਨ ਵਾਸਤੇ। ਉਹ ਨਾਨੂ ਪੰਡਤ ਜਿਹੜਾ ਸੀ ਉਹਦਾ ਹੰਕਾਰ ਸਤਿਗੁਰਾਂ ਨੇ ਕੁਰੂਕਸ਼ੇਤਰ ਤੋੜਿਆ। ਉਹ ਵੀ ਆਪਣੇ ਆਪ ਨੂੰ ਬੜਾ ਮੰਨਿਆ ਹੋਇਆ ਪੰਡਤ ਗਿਣਦਾ ਸੀ। ਫਿਰ ਉਸ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਸਾਹਿਬ ਮੱਕੇ ਗਏ, ਸਿੱਧਾ ਮੱਕੇ ਦੇ ਮੁਲਾਣਿਆਂ ਨਾਲ ਚਰਚਾ ਕੀਤੀ ਹੈ, ਨਾ ਕਿ ਕਿਸੇ ਛੋਟੇ ਕਾਜੀ ਨਾਲ। ਸਿੱਧਾ ਮੱਕੇ ਦੇ ਕਾਜੀ ਨਾਲ ਚਰਚਾ ਕੀਤੀ ਸਤਿਗੁਰਾਂ ਨੇ ਜਦੋਂ ਉਸ ਜਗ੍ਹਾ ਦੇ ਉੱਤੇ ਮੱਕਾ ਘੁਮਾਇਆ। ਸੋ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜਿਹੜਾ ਹੈ ਉਹ ਜਿਹੜੇ ਵੱਡੀਆਂ ਜਗ੍ਹਾਵਾਂ ਹੁੰਦੀਆਂ ਸਨ ਉਸ ਜਗ੍ਹਾ ਦੇ ਜਿਹੜੇ ਪੰਡਤ ਮੁਲਾਣੇ ਧਾਰਮਿਕ ਲੋਕ ਹੁੰਦੇ ਸਨ ਉਹਨਾਂ ਨਾਲ ਸਿੱਧੀ ਵਿਚਾਰ ਚਰਚਾ ਕਰਦੇ ਸੀ। ਤੇ ਜਦੋਂ ਸਤਿਗੁਰੂ ਇੱਥੇ ਆਏ, ਇੱਥੇ ਵੀ ਉਸ ਜਿਹੜਾ ਜਗਨਨਾਥ ਦਾ ਮੰਦਿਰ ਸੀ ਉਸ ਮੰਦਿਰ ਦੇ ਬਾਹਰ ਬੈਠੇ ਸਨ। ਸੰਗਤਾਂ ਦੀ ਕਾਫੀ ਭੀੜ ਸੀ, ਮੱਥਾ ਟੇਕਣ ਵਾਲਿਆਂ ਦੀ। ਤੇ ਜਿਹੜੇ ਜਗਨਨਾਥਪੁਰੀ ਦੇ ਪੰਡਤ ਸਨ, ਪਾਂਡੇ, ਜਿਹੜੇ ਆਰਤੀ ਕਰਦੇ ਸਨ ਉਸ ਮੰਦਿਰ ਦੇ ਵਿੱਚ, ਪਾਠ ਪੂਜਾ ਕਰਦੇ ਸੀ। ਸਮਾਂ ਆਰਤੀ ਦਾ ਆਇਆ, ਉਹਨਾਂ ਕਿਹਾ ਕਿ ਚਲੋ ਨਾਨਕ ਨੂੰ ਵੀ ਜਾ ਕੇ ਕਹਿੰਦੇ ਆ ਕਿ ਉਹ ਵੀ ਆਰਤੀ ਦੇ ਵਿੱਚ ਸ਼ਾਮਲ ਹੋਏ। ਉਂਝ ਤੇ ਆਪਣੇ ਆਪ ਨੂੰ ਤੇ ਕਹਿੰਦਾ ਹੈ ਕਿ ਮੈਂ ਸਾਰਿਆਂ ਦਾ ਸਾਂਝਾ ਵਾਂ, ਤੇ ਚੱਲ ਜਾ ਕੇ ਉਹਨੂੰ ਵੀ ਕਹਿੰਦੇ ਤੂੰ ਵੀ ਆਰਤੀ ਦੇ ਵਿੱਚ ਸ਼ਾਮਲ ਹੋ। ਜਿਵੇਂ ਕਾਜੀ ਨੇ ਕਿਹਾ ਸੀ ਕਿ ਤੁਸੀਂ ਕਹਿੰਦੇ ਨਾ ਕੋ ਹਿੰਦੂ ਨਾ ਮੁਸਲਮਾਨ, ਜੇ ਇਹੀ ਗੱਲ ਹੈ ਤੇ ਆਓ ਸਾਡੇ ਨਾਲ ਨਵਾਜ਼ ਪੜ੍ਹੋ। ਤੇ ਸਤਿਗੁਰਾਂ ਨੇ ਫਿਰ ਦੱਸ ਦਿੱਤਾ ਸੀ ਕਿ ਅਸਲੀ ਨਵਾਜ਼ ਹੁੰਦੀ ਕੀ ਹੈ। ਇਸੇ ਤਰ੍ਹਾਂ ਫਿਰ ਜਦੋਂ ਪੰਡਤਾਂ ਨੇ ਕਿਹਾ ਕਿ ਸਤਿਗੁਰੂ ਆਪ ਆਪਣੇ ਆਪ ਨੂੰ ਕਹਿੰਦੇ ਹੋ ਕਿ ਨਾ ਕੋ ਹਿੰਦੂ ਨਾ ਮੁਸਲਮਾਨ, ਫਿਰ ਆਓ ਸਾਡੇ ਨਾਲ ਆਰਤੀ ਗਾਓ ਜਗਨਨਾਥ ਦੀ, ਤੇ ਜਗਨਨਾਥ ਦੇ ਮੰਦਿਰ ਵਿੱਚ ਆਓ ਆਪਾਂ ਆਰਤੀ ਗਾਉਂਦੇ ਹਾਂ। ਸਤਿਗੁਰੂ ਕਹਿੰਦੇ ਚਲੋ ਚੱਲਦੇ ਹਾਂ ਭਾਈ, ਆਰਤੀ ਤੁਹਾਡੇ ਨਾਲ ਕਰਦੇ ਹਾਂ। ਚਲੇ ਗਏ, ਸਾਰੇ ਖੜੇ ਹੋ ਕੇ ਤੇ ਆਰਤੀ ਜਿਹੜੀ ਹੈ ਉਹ ਕਰਨ ਲੱਗ ਗਏ। ਉਹਨਾਂ ਨੇ ਆਪਣੇ ਤਰੀਕੇ ਦੇ ਨਾਲ, ਜਿਵੇਂ ਥਾਲ ਦੇ ਵਿੱਚ ਦੀਵੇ ਬਾਲਦੇ ਆ ਜਿਹੜੇ ਪੰਡਤ ਲੋਕ ਹੁੰਦੇ ਆ, ਇਹਨਾਂ ਦਾ ਆਰਤੀ ਕਰਨ ਦਾ ਇੱਕ ਢੰਗ ਹੁੰਦਾ ਹੈ। ਤੇ ਉਹ ਜਿਹੜਾ ਹੈ ਆਰਤੀ ਦੀਵੇ ਬਾਲ ਕੇ, ਸੁਗੰਧੀਆਂ ਧੁਖਾ ਕੇ
ਫਿਰ 4 ਵਾਰੀ ਜੋ ਮੂਰਤੀ ਹੁੰਦੀ ਹੈ ਜਗਨਨਾਥ ਦੀ, 4 ਵਾਰੀ ਉਹਦੇ ਪੈਰਾਂ ਦੀ ਪਰਿਕਰਮਾ ਕਰਦੇ ਆ ਤੇ 2 ਵਾਰੀ ਉਹਦੀ ਨਾਭੀ ਦੀ ਪਰਿਕਰਮਾ ਕਰਦੇ, ਥਾਲ ਨੂੰ ਘੁਮਾਉਂਦੇ ਆ। ਤੇ ਫਿਰ ਉਸ ਤੋਂ ਬਾਅਦ 1 ਵਾਰੀ ਉਹਦੇ ਚਿਹਰੇ ਦੀ ਪਰਿਕਰਮਾ ਕਰਕੇ ਥਾਲ ਨੂੰ ਘੁਮਾ ਕੇ ਫਿਰ 7 ਵਾਰੀ ਉਹ ਸਾਰੀ ਮੂਰਤੀ ਦੇ ਦੁਆਲੇ ਉਹਨੂੰ ਘੁਮਾਉਂਦੇ ਆ। ਸੋ ਇਸ ਤਰ੍ਹਾਂ ਉਹ ਆਰਤੀ ਕਰਦੇ ਸੀ। ਤੇ ਜਦੋਂ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੂੰ ਉਹਨਾਂ ਨੇ ਬੁਲਾਇਆ ਤੇ ਸਤਿਗੁਰੂ ਉਸ ਜਗ੍ਹਾ ਤੇ ਜਾ ਕੇ ਬੈਠ ਗਏ, ਆਰਤੀ ਸ਼ਾਮਲ ਨਹੀਂ ਹੋਏ, ਖੜੇ ਨਹੀਂ ਹੋਏ, ਕਿਉਂਕਿ ਸਾਰੇ ਖੜੇ ਹੋ ਕੇ ਆਰਤੀ ਕਰਦੇ ਸੀ। ਜਿਹੜੇ ਬ੍ਰਾਹਮਣ ਸਨ ਉਹ ਬੜੇ ਹੰਕਾਰੀ, ਉਹਨਾਂ ਵੇਖਿਆ ਵੀ ਨਾਨਕ ਤੇ ਆਪਣੇ ਆਪ ਨੂੰ ਬੜਾ ਕਹਿੰਦਾ ਪਰ ਪ੍ਰਮਾਤਮਾ ਦੀ ਜਿਹੜੀ ਆਰਤੀ ਦੇ ਵਿੱਚ ਹਾਜ਼ਰ ਹੀ ਨਹੀਂ ਹੋਇਆ, ਇਸ ਜਗਨਨਾਥ ਦੀ ਆਰਤੀ 'ਚ ਹਾਜ਼ਰ ਹੀ ਨਹੀਂ ਹੋਇਆ। ਤੇ ਜਦੋਂ ਆਰਤੀ ਖਤਮ ਕੀਤੀ ਤੇ ਪੰਡਤਾਂ ਨੇ ਆ ਕੇ ਸਤਿਗੁਰਾਂ ਨੂੰ ਘੇਰ ਲਿਆ, ਜਿਵੇਂ ਆਪਣੇ ਆਪ ਨੂੰ ਕਹਿੰਦਾ ਹੈ ਨਾ ਬੰਦਾ ਹੰਕਾਰ ਵਿੱਚ ਆ ਕੇ ਕਿ ਅਸੀਂ ਬੜੇ ਸੱਚੇ ਹਾਂ। ਇਸ ਤਰ੍ਹਾਂ ਉਹਨਾਂ ਸਤਿਗੁਰਾਂ ਨੂੰ ਘੇਰ ਲਿਆ, ਗੁਰੂ ਨਾਨਕ ਸਾਹਿਬ ਨੂੰ, ਤੇ ਤੁਸੀਂ ਆਪਣੇ ਆਪ 'ਚ ਬੜੀਆਂ ਗੱਲਾਂ ਕਰਦੇ ਹੋ ਕਿ ਆਰਤੀ ਜਿਹੜੀ ਉਹ ਕਰਨੀ ਹੈ, ਪ੍ਰਮਾਤਮਾ ਦਾ ਨਾਮ ਜਪਣਾ ਆ, ਆਰਤੀ ਕਰਨੀ ਚਾਹੀਦੀ ਆ, ਤੇ ਤੁਸੀਂ ਆਰਤੀ ਦੇ ਵਿੱਚ ਖੜੇ ਕਿਉਂ ਨਹੀਂ ਹੋਏ ਸਾਡੇ ਨਾਲ? ਤੁਸੀਂ ਆਪਣੇ ਆਪ ਦੇ ਵਿੱਚ ਬੜੇ ਬਣਦੇ ਹੋ, ਤੁਸੀਂ ਸਾਡੇ ਨਾਲ ਆਰਤੀ 'ਚ ਕਿਉਂ ਨਹੀਂ ਖੜੇ ਹੋਏ? ਤੁਸੀਂ ਨਾਲੇ ਕਹਿੰਦੇ ਸਾਰਿਆਂ ਦਾ ਸਾਂਝਾ ਮੈਂ, ਤੇ ਆਰਤੀ 'ਚ ਕਿਉਂ ਨਹੀਂ ਖੜੇ ਹੋਏ? ਸਤਿਗੁਰੂ ਕਹਿੰਦੇ ਕਿਹੜੀ ਆਰਤੀ ਦੀ ਗੱਲਾਂ ਕਰਦੇ ਤੁਸੀਂ? ਇਹ ਇੱਕ ਛੋਟੀ ਜਿਹੀ ਥਾਲੀ 'ਚ 4 ਦੀਵੇ ਬਾਲ ਕੇ ਤੁਸੀਂ ਕਹਿੰਦੇ ਆਰਤੀ ਕਰ ਲਈ। ਆਓ ਤੁਹਾਨੂੰ ਮੈਂ ਦੱਸਦਾ ਆਰਤੀ ਕਹਿੰਦੇ ਕਿ। ਸਤਿਗੁਰਾਂ ਨੇ ਸਾਰੇ ਪੰਡਤਾਂ ਨੂੰ ਉਸ ਸਮੁੰਦਰ ਦੇ ਕੰਢੇ ਲੈ ਗਏ, ਲਿਜਾ ਕੇ ਸਤਿਗੁਰਾਂ ਨੇ ਕਿਹਾ ਆ ਦੇਖੋ ਤੁਹਾਨੂੰ ਦਿਖਾਵਾਂ ਆਰਤੀ ਕੀ ਹੈ। ਫਿਰ ਸਤਿਗੁਰਾਂ ਨੇ ਇਸ ਜਗ੍ਹਾ ਦੇ ਉੱਤੇ ਇਹ ਸ਼ਬਦ ਜਿਹੜਾ ਉਹ ਉਚਾਰਨ ਕੀਤਾ, ਜੋ ਆਪਾਂ ਜਿਸ ਦੀ ਹੁਣ ਵਿਚਾਰ ਆਰੰਭ ਕਰਨ ਲੱਗੇ ਆ। ਫਿਰ ਸਤਿਗੁਰਾਂ ਨੇ ਪੰਡਤਾਂ ਨੂੰ ਇਹ ਦੱਸਿਆ ਕਿ ਅਸਲ ਆਰਤੀ ਕੀ ਹੈ ਪ੍ਰਮਾਤਮਾ ਦੀ, ਉਹਨੂੰ ਕਿਵੇਂ ਜਿਹੜਾ ਹੈ ਉਹਦੀ ਆਰਤੀ ਇੱਕ ਮੂਰਤੀ ਦੇ ਵਿੱਚ ਕੈਦ ਕਰਕੇ ਉਹਦੀ ਆਰਤੀ ਨਹੀਂ ਕੀਤੀ ਜਾ ਸਕਦੀ। ਉਹਦੀ ਅਸਲੀ ਆਰਤੀ ਕੀ ਹੈ ਉਹ ਸਤਿਗੁਰਾਂ ਨੇ ਇੱਥੇ ਦਰਸਾਉਣਾ ਕੀਤਾ। ਇੱਥੇ ਮੈਂ ਹੋਰ ਗੱਲ ਇੱਕ ਆਪ ਜੀ ਨੂੰ ਦੱਸ ਜਾਵਾਂ। ਕਹਿੰਦੇ ਕਿ ਜਦੋਂ ਜੋ ਰਵਿੰਦਰਨਾਥ ਟੈਗੋਰ ਨੇ ਲਿਖਿਆ ਸੀ ਜਨ ਗਣ ਮਨ, ਆਪਣੇ ਦੇਸ਼ ਦਾ ਰਾਸ਼ਟਰੀ ਗੀਤ, ਤੇ ਕਹਿੰਦੇ ਉਹਨੂੰ ਕਿਸੇ ਨੇ ਪੁੱਛਿਆ ਕਿ ਜੇ ਸਾਰੇ ਸੰਸਾਰ ਦਾ ਕੋਈ ਰਾਸ਼ਟਰੀ ਗੀਤ ਹੋਵੇ ਉਹ ਕਿਹੜਾ ਹੋਣਾ ਚਾਹੀਦਾ ਹੈ? ਤੇ ਉਹਨੇ ਕਿਹਾ ਮੇਰੀ ਨਿਗਾਹ ਦੇ ਵਿੱਚ ਇੱਕੋ ਹੀ ਹੈ ਰਾਸ਼ਟਰੀ ਗੀਤ ਜਿਹੜਾ ਸਾਰੇ ਸੰਸਾਰ ਦਾ ਹੋਵੇਗਾ। ਕਹਿੰਦੇ ਕਿਹੜਾ? ਉਹਨੇ ਕਿਹਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਕਹਿੰਦੇ ਇਹ ਸਾਰੇ ਸੰਸਾਰ ਦਾ ਰਾਸ਼ਟਰੀ ਗਾਨ ਹੋਣਾ ਚਾਹੀਦਾ। ਸੋ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ, ਕਿਉਂਕਿ ਇਹਦੇ ਵਿੱਚ ਗੱਲ ਹੀ ਸਤਿਗੁਰਾਂ ਨੇ ਸਾਰੀ ਅਕਾਲ ਪੁਰਖ ਦੀ ਕੀਤੀ ਹੈ, ਗੱਲ ਹੀ ਸਾਰੀ ਮਨੁੱਖਤਾ ਦੀ ਕੀਤੀ ਹੈ। ਸਾਰੇ ਸੰਸਾਰ ਨੂੰ, ਸਾਰੇ ਬ੍ਰਹਿਮੰਡ, ਸਾਰਾ ਕੁਛ ਇਹਦੇ ਵਿੱਚ ਲੈ ਆਂਦਾ। ਇਸ ਕਰਕੇ ਉਹ ਕਹਿੰਦਾ ਜੇ ਸੰਸਾਰ ਦਾ, ਪੂਰੇ ਵਰਲਡ ਦਾ ਇੱਕ ਰਾਸ਼ਟਰੀ ਗੀਤ ਹੋਵੇ ਨਾ, ਉਹ ਅਸਲੀ ਗੀਤ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੇ ਲਿਖ ਦਿੱਤਾ, ਉਹ ਜਿਹੜਾ ਅਸਲੀ ਗੀਤ ਹੋਣਾ ਚਾਹੀਦਾ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ। ਗਗਨ ਮੈਂ ਥਾਲ, ਰਾਗ ਧਨਾਸਰੀ, ਧਨਾਸਰੀ ਰਾਗ ਹੈ, ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਸਾਹਿਬ ਜੀ। ਗਗਨ ਮੈਂ ਥਾਲ, ਮੈਂ ਨਹੀਂ ਪੜਨਾ, ਉੱਤੇ ਬਿੰਦੀ ਨਹੀਂ ਲਾਉਣੀ। ਇੱਥੇ ਮੈਂ ਦਾ ਅਰਥ ਹੈ ਵਿੱਚ। ਗਗਨ ਮੈਂ ਥਾਲ ਭਾਵ ਆਕਾਸ਼ਮਈ, ਜਿਹੜਾ ਆਪਾਂ ਕਹਿੰਦੇ ਆ ਨਾ, ਜਿਹੜਾ ਆਕਾਸ਼ ਹੈ ਸਾਰਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਇਸ ਗਗਨ ਰੂਪੀ ਥਾਲ ਦੇ ਵਿੱਚ ਰਵ ਦਾ ਅਰਥ ਹੁੰਦਾ ਸੂਰਜ, ਤੇ ਦੀਪਕ ਦਾ ਅਰਥ ਰਵ, ਚੰਦ ਦਾ ਅਰਥ ਚੰਦਰਮਾ। ਰਵ ਚੰਦ ਦੀਪਕ ਬਣੇ, ਇਹ ਦੋਵੇਂ ਜਿਹੜੇ ਆ, ਚੰਦਰਮਾ ਤੇ ਸੂਰਜ ਜਿਹੜੇ ਆ, ਇਹ ਦੋਵੇਂ ਦੀਵੇ ਆ। ਇਹ ਦੋਵੇਂ ਇਸ ਗਗਨ ਦੇ ਵਿੱਚ ਜਿਹੜੇ ਆ ਦੀਵੇ ਆ। ਤਾਰਿਕਾ ਮੰਡਲ ਜਨਕ ਮੋਤੀ, ਜਿਹੜਾ ਤਾਰਾ ਮੰਡਲ ਹੈ, ਜਿੰਨੇ ਵੀ ਤਾਰੇ ਜਗਮਗਾ ਰਹੇ ਆ, ਇਹ ਸਾਰੇ ਤਾਰੇ ਇੰਜ ਜਾਣੋ ਜਿਵੇਂ ਮੋਤੀ ਰੱਖੇ ਹੋਣ ਥਾਲ ਦੇ ਵਿੱਚ। ਭਾਵ ਇਹ ਸਾਰਾ ਜਿਹੜਾ ਆਕਾਸ਼ ਹੈ, ਇਹ ਸਾਰਾ ਜਿਹੜਾ ਗਗਨ ਹੈ, ਇੱਕ ਥਾਲ ਹੈ। ਇਸ ਥਾਲ ਦੇ ਵਿੱਚ ਸੂਰਜ ਤੇ ਚੰਦਰਮਾ ਦੀਵੇ ਦੀ ਤਰ੍ਹਾਂ ਬਲੇ ਆ, ਤੇ ਉਹਦੇ ਵਿੱਚ ਜਿੰਨੇ ਵੀ ਤਾਰੇ ਹਨ ਇਹ ਸਾਰੇ ਮੋਤੀਆਂ ਦੀ ਤਰ੍ਹਾਂ, ਜਣਕ ਦੀ ਤਰ੍ਹਾਂ, ਭਾਵ ਜੜੇ ਹੋਏ। ਜਣਕ ਦਾ ਅਰਥ ਹੁੰਦਾ ਜੜੇ ਹੋਏ। ਜਿਹੜੇ ਆ ਜਿੰਨੇ ਵੀ ਤਾਰੇ ਜੜੇ ਆ ਨਾ, ਤਾਰੇ ਮੰਡਲ ਜਿੰਨੇ ਵੀ ਆ, ਇਹ ਸਾਰੇ ਦੇ ਸਾਰੇ ਮੋਤੀਆਂ ਦੀ ਤਰ੍ਹਾਂ ਜੜੇ ਹੋਏ ਆ, ਜਿੰਨੇ ਵੀ ਤਾਰੇ ਹਨ ਉਸ ਥਾਲ ਦੇ ਵਿੱਚ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਲੜੋ ਪਾਵਨ ਚਵਰੋ ਕਰੇ। ਇੱਥੇ ਰੁਕਣਾ, ਧੂਪ ਮਲਿਆਲੜੋ। ਮਲਿਆਲਣੋ ਦਾ ਅਰਥ ਹੈ
ਮਲਿਆਗਰ ਪਰਬਤ, ਇਹ ਜਦੋਂ ਮੁੰਬਈ ਤੋਂ ਰਾਮੇਸ਼ਵਰ ਨੂੰ ਜਾਈਦਾ ਨਾ ਦੱਖਣ ਭਾਰਤ ਦੇ ਵਿੱਚ, ਜਦੋਂ ਬੰਬੇ ਤੋਂ ਰਾਮੇਸ਼ਵਰ ਵੱਲ ਨੂੰ ਜਾਈਦਾ ਤੇ ਰਸਤੇ ਦੇ ਵਿੱਚ ਮਲਿਆਗਰ ਨਾਮ ਦਾ ਪਹਾੜ ਆਉਂਦਾ ਹੈ। ਤੇ ਸਤਿਗੁਰਾਂ ਨੇ ਕਿਹਾ ਇਹ ਜਿਹੜੀ ਮਲਿਆਗਰ ਜਿਹੜਾ ਹੈ ਨਾ, ਧੂਪ ਮਲਿਆਲਣੋ, ਇਹ ਜਿਹੜਾ ਹੈ ਨਾ ਉੱਥੇ ਜਿਹੜੇ ਉੱਗਣ ਵਾਲੇ ਚੰਦਨ ਦੇ ਰੁੱਖ ਹਨ, ਜਿਹੜੇ ਚੰਦਨ ਦੇ ਰੁੱਖ ਉਸ ਜਗ੍ਹਾ ਦੇ ਉੱਤੇ ਉੱਗਦੇ ਆ, ਉਸ ਪਹਾੜ ਦੇ ਉੱਤੇ ਉੱਗਦੇ ਆ, ਤੇ ਜਦੋਂ ਉਹ ਹਵਾ ਆਉਂਦੀ ਹੈ ਤੇ ਉਹ ਸਾਰੀ ਜਿਹੜੀ ਹੈ ਨਾ ਬਨਸਪਤੀ ਭਾਵ ਉੱਥੇ ਜਿੰਨੇ ਵੀ ਚੰਦਨ ਦੇ ਰੁੱਖ ਆ, ਉਹ ਸਾਰੇ ਇੰਝ ਜਾਣੋ ਜਿਵੇਂ ਉਸ ਅਕਾਲ ਪੁਰਖ ਨੂੰ ਧੂਪ ਦੇ ਰਹੇ ਹੋਣ। ਇੱਕ ਗੱਲ ਇਹ ਵੀ ਮੰਨੀ ਜਾਂਦੀ ਹੈ ਕਿ ਉਹ ਜਿਹੜਾ ਮਲਿਆਗਰ ਪਰਬਤ ਹੈ, ਚੇਤ ਦੇ ਮਹੀਨੇ ਦੇ ਵਿੱਚ ਉੱਥੇ, ਕਿਉਂਕਿ ਬਾਂਸ ਵੀ ਕਹਿੰਦੇ ਬੜਾ ਹੁੰਦਾ ਉਸ ਜਗ੍ਹਾ ਦੇ ਉੱਤੇ, ਖੈਰ ਮੈਂ ਤੇ ਉੱਥੇ ਗਿਆ ਨਹੀਂ, ਕਹਿੰਦੇ ਉਸ ਜਗ੍ਹਾ ਦੇ ਉੱਤੇ ਬਾਂਸ ਵੀ ਬੜਾ ਹੁੰਦਾ ਹੈ। ਤੇ ਉਹ ਜਦੋਂ ਚੇਤ ਦਾ ਮਹੀਨਾ ਆਉਂਦਾ ਹੈ, ਫਿਰ ਉਹ ਬਾਂਸ ਆਪਸ ਦੇ ਵਿੱਚ ਖਹਿੰਦੇ ਆ, ਤੇ ਜਦੋਂ ਉਹ ਖਹਿੰਦੇ ਆ ਤੇ ਅੱਗ ਲੱਗ ਜਾਂਦੀ ਹੈ। ਫਿਰ ਉਹ ਅੱਗ ਚੰਦਨ ਦੀਆਂ ਲੱਕੜਾਂ ਨੂੰ ਵੀ ਲੱਗਦੀ ਹੈ, ਤੇ ਜਦੋਂ ਚੰਦਨ ਨੂੰ ਅੱਗ ਲੱਗਦੀ ਹੈ ਤੇ ਉਹ ਜਿਹੜੀ ਆ ਅੱਗ ਧੂੰਆਂ ਬਣ ਕੇ ਉੱਠਦੀ ਆ, ਤੇ ਉਹ 'ਚ ਸਮੈਲ ਬਹੁਤ ਆਉਂਦੀ ਹੈ, ਬਹੁਤ ਉਹਦੀ ਜਿਹੜੀ ਹੈ ਵਧੀਆ ਸੁੰਦਰ ਸਮੈਲ ਆਉਂਦੀ ਆ। ਤੇ ਇਸ ਕਰਕੇ ਕਹਿੰਦੇ ਆ ਕਿ ਇਹ ਜਿਹੜੇ ਆ ਨਾ ਮਲਿਆਗਰ ਜਿਹੜਾ ਪਰਬਤ ਹੈ, ਉੱਥੋਂ ਜਿਹੜੀ ਹਵਾ ਆ ਰਹੀ ਹੈ ਉਹ ਚੰਦਨ ਦੀ ਜਿਹੜੀ ਖੁਸ਼ਬੂ ਦੇ ਨਾਲ ਭਰੀ ਹੋਈ ਹੈ, ਇਸ ਕਰਕੇ ਉਹ ਧੂਪ ਸਮਝ ਲਓ, ਉਹ ਧੂਪ ਹੈ। ਧੂਪ ਮਲਿਆਲਣੋ ਪਵਨ ਪਵਨ ਚਵਰੋ ਕਰੇ, ਧੂਪ ਮਲਿਆਲਣੋ ਪਵਨ ਚਵਰੋ ਕਰੇ। ਫਿਰ ਜਿਹੜੀ ਹਵਾ ਹੈ ਉਹ ਅਕਾਲ ਪੁਰਖ ਨੂੰ ਚੌਰ ਕਰ ਰਹੀ ਹੈ, ਜਿਹੜੀ ਵਹਿੰਦੀ ਹੈ ਨਾ ਹਵਾ ਚਾਰੇ ਪਾਸੇ, ਇਹ ਉਸ ਅਕਾਲ ਪੁਰਖ ਨੂੰ ਚੌਰ ਕਰ ਰਹੀ ਹੈ, ਕਿਉਂਕਿ ਮੂਰਤੀ ਦੇ ਉੱਤੇ ਚੌਰ ਕਰਦੇ ਸਨ, ਨਾਲ ਧੂਪਾਂ ਦੇਣੀਆਂ, ਨਾਲ ਚੌਰ ਕਰਨਾ ਇੱਕ ਜਾਣੇ ਨੇ ਮੂਰਤੀ ਨੂੰ। ਤੇ ਕਹਿੰਦੇ ਕਿ ਉਹ ਜਿਹੜੀ ਮੂਰਤੀ ਹੈ ਉਹਨੂੰ ਤੁਸੀਂ ਚੌਰ ਕਰਦੇ, ਇਧਰਲੇ ਪਾਸੇ ਅਕਾਲ ਪੁਰਖ ਨੂੰ ਹਵਾ ਚੌਰ ਕਰ ਰਹੀ ਹੈ। ਅਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ, ਤੇ ਇਹ ਜਿੰਨਾ ਵੀ ਸਗਲ ਬਨ ਰਾਏ, ਜਿੰਨਾ ਵੀ ਬਨਸਪਤੀ ਹੈ ਨਾ, ਬਨ ਰਾਏ ਦਾ ਅਰਥ ਬਨਸਪਤੀ, ਜਿੰਨੀ ਵੀ ਬਨਸਪਤੀ ਖਿੜ ਰਹੀ ਆ, ਇਹ ਸਾਰੀ ਦੀ ਸਾਰੀ ਹੈ ਫੁਲੰਤ ਜੋਤੀ। ਇਹ ਜਿੰਨੀ ਵੀ ਬਨਸਪਤੀ ਕਹਿੰਦੇ ਕਿ ਖਿੜ ਰਹੀ ਆ ਨਾ, ਇਹ ਇੰਝ ਸਮਝ ਲਓ ਜਿਵੇਂ ਉਸ ਅਕਾਲ ਪੁਰਖ ਦੇ ਅੱਗੇ ਫੁੱਲ ਅਰਪਣ ਕੀਤੇ ਹੋਣ। ਫੁਲੰਤ ਜੋਤੀ, ਜੋਤੀ ਸਰੂਪ ਉਹ ਜਿਹੜਾ ਅਕਾਲ ਪੁਰਖ ਹੈ ਨਾ ਪਰਮਾਤਮਾ, ਉਹਦੇ ਅੱਗੇ ਫੁੱਲਾਂ ਦੇ ਵਾਂਗੂ ਜਿਵੇਂ ਭੇਟਾ ਕੀਤੀ ਹੋਵੇ। ਹੁਣ ਇੱਧਰ ਮੂਰਤੀ ਵਾਲੇ ਪਾਸੇ ਆ ਜਾਓ ਕਿ ਮੂਰਤੀ ਦੇ ਅੱਗੇ ਕੀ ਕਰਦੇ ਆ, ਥਾਲ ਘੁਮਾਉਂਦੇ ਆ ਜਿਹਦੇ ਵਿੱਚ ਦੀਵੇ ਲੱਗੇ ਹੁੰਦੇ ਆ, ਮੋਤੀ ਜੜੇ ਹੁੰਦੇ ਆ ਥਾਲ ਨੂੰ, ਫਿਰ ਉਹਨੂੰ ਘੁਮਾਉਂਦੇ ਆ, ਨਾਲ ਨਾਲ ਇੱਕ ਪਾਸੇ ਧੂਪ ਜਗਾਈ ਹੁੰਦੀ ਆ, ਇੱਕ ਪਾਸੇ ਇੱਕ ਜਣਾ ਚੌਰ ਕਰ ਰਿਹਾ ਹੁੰਦਾ, ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਵੱਖ-ਵੱਖ ਤਰ੍ਹਾਂ ਦੇ ਫੁੱਲ ਜਿਹੜੇ ਉਹ ਭੇਟਾ ਕਰਦੇ ਅੱਗੇ ਉਸ ਮੂਰਤੀ ਦੇ। ਤੇ ਸਤਿਗੁਰੂ ਕਹਿੰਦੇ ਜਿੰਨੀ ਵੀ ਬਨਸਪਤੀ ਆ ਨਾ, ਇਹ ਉਸ ਅਕਾਲ ਪੁਰਖ ਦੇ ਸਾਹਮਣੇ ਫੁਲੰਤ ਜੋਤੀ, ਫੁੱਲਾਂ ਦੀ ਤਰ੍ਹਾਂ ਹੈ, ਜਿਹੜਾ ਜੋਤੀ ਸਰੂਪ ਅਕਾਲ ਪੁਰਖ ਉਹਦੇ ਅੱਗੇ ਸਾਰੀ ਜਿਹੜੀ ਬਨਸਪਤੀ ਹੈ। ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ। ਇੱਥੇ ਦੋ ਡੰਡੀਆਂ ਲੱਗੀਆਂ ਹੋਈਆਂ, ਕੈਸੀ ਆਰਤੀ, ਇਹਨੂੰ ਅਸਤਰਜਤਾ ਦੇ ਵਿੱਚ ਵੀ ਆਪਾਂ ਲੈ ਕੇ ਜਾ ਸਕਦੇ ਹਾਂ। ਕੈਸੀ ਆਰਤੀ, ਹੇ ਅਕਾਲ ਪੁਰਖ ਵਾਹ, ਇਹ ਕੈਸੀ ਤੇਰੀ ਆਰਤੀ ਹੋਈ ਹੈ। ਭਵ ਖੰਡਣਾ ਤੇਰੀ ਆਰਤੀ, ਹੇ ਭਵ ਖੰਡਣ, ਹੇ ਤਾਰਨਹਾਰ ਪ੍ਰਭੂ, ਹੇ ਜਨਮ ਮਰਨ ਖੰਡਣ ਵਾਲੇ, ਖਤਮ ਕਰਨ ਵਾਲੇ ਪਰਮੇਸ਼ਰ ਜੀ, ਕਿੰਨੀ ਸੁੰਦਰ ਤੇਰੀ ਆਰਤੀ ਹੋ ਰਹੀ ਹੈ। ਤੇ ਇੱਥੇ ਆਪਾਂ ਇਹਨੂੰ ਪ੍ਰਸ਼ਨ ਚਿੰਨ੍ਹ ਜੇ ਲੈਣਾ ਹੈ, ਕੈਸੀ ਆਰਤੀ ਹੋਏ ਨੂੰ, ਕਿ ਇਹ ਪੰਡਤੋਂ ਇਹ ਤੁਸੀਂ ਕਿਹੋ ਜਿਹੀ ਆਰਤੀ ਕਰ ਰਹੇ ਹੋ, ਥਾਲੀ ਦੇ ਵਿੱਚ ਦੀਵੇ ਜਗਾ ਕੇ ਉਹਦੀ ਆਰਤੀ ਕਰਦੇ ਹੋ, ਕੈਸੀ ਆਰਤੀ ਹੋਏ, ਏਦਾਂ ਥੋੜੀ ਉਹਦੀ ਆਰਤੀ ਹੁੰਦੀ ਹੈ, ਇਹ ਕਿਸ ਤਰ੍ਹਾਂ ਦੀ ਤੁਸੀਂ ਆਰਤੀ ਹੋਏ। ਫਿਰ ਸਤਿਗੁਰਾਂ ਨੂੰ ਪੁੱਛੇ ਕਿਹੋ ਜਿਹੀ ਆਰਤੀ, ਤੁਸੀਂ ਕਿਹੜੀ ਆਰਤੀ ਦੀ ਗੱਲ ਕਰਦੇ ਹੋ, ਤੇ ਸਤਿਗੁਰੂ ਕਹਿੰਦੇ ਭਵ ਖੰਡਣਾ ਤੇਰੀ ਆਰਤੀ, ਜਿਹੜੀ ਉਸ ਭਵ ਖੰਡਣ ਆ ਨਾ, ਜਿਹੜਾ ਜਨਮ ਮਰਨ ਕੱਟਣ ਵਾਲਾ, ਮੈਂ ਉਹਦੀ ਆਰਤੀ ਦੀ ਗੱਲ ਕਰ ਰਿਹਾ, ਜਿਹੜੀ ਇਹ ਸਾਰਾ ਸੰਸਾਰ ਕਰ ਰਿਹਾ, ਜਿਹੜਾ ਮਲਿਆਗਰ ਤੋਂ ਧੂਪ ਚੱਲ ਰਹੀ ਆ, ਪਵਨ ਹਵਾ ਜਿਹੜੀ ਚੌਰ ਕਰ ਰਹੀ ਆ, ਜੋ ਦੀਵੇ ਆ, ਸੂਰਜ ਤੇ ਚੰਦਰਮਾ ਜਗ ਰਹੇ ਆ, ਤੇ ਜਿਹੜਾ ਮੋਤੀਆਂ ਦਾ ਥਾਲ ਭਰਿਆ ਆ, ਇਹ ਉਸ ਅਕਾਲ ਪੁਰਖ ਦੀ ਆਰਤੀ, ਮੈਂ ਉਸ ਆਰਤੀ ਦੀ ਸਤਿਗੁਰ ਕਹਿੰਦੇ ਗੱਲ ਕਰ ਰਿਹਾ। ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਹੇ ਭਵ ਖੰਡਣ, ਭਵ ਖੰਡਣ ਤੋਂ ਭਾਵ ਜਿਹੜਾ ਖੰਡਣ ਖਤਮ ਕਰਨ ਵਾਲਾ, ਭਵ ਸਾਗਰ ਤੋਂ ਤਾਰਨ ਵਾਲਾ, ਭਾਵ ਜੰਮਣ ਮਰਨ ਕੱਟਣ ਵਾਲਾ ਜਿਹੜਾ ਅਕਾਲ ਪੁਰਖ ਹੈ, ਇਹ ਵਾਹਿਗੁਰੂ ਜਿਹੜੀ ਤੇਰੀ ਆਰਤੀ ਹੈ ਉਹ ਮੈਂ ਕਰ ਰਿਹਾ। ਅਨਹਤਾ ਸ਼ਬਦ
ਆਵਾਜ਼ ਅੰਤ ਭੇਰੀ। ਫਿਰ ਪੰਡਤ ਕਹਿੰਦੇ ਸਤਿਗੁਰੂ ਅਸੀਂ ਤੇ ਜਿਹੜਾ ਆ ਨਾਦ ਵੀ ਵਜਾਉਂਦੇ ਆ, ਨਰਸਿੰਗੇ ਵਜਾਉਂਦੇ ਆ, ਢੋਲ ਖੜਕਾਉਂਦੇ ਆ, ਕਈ ਤਰ੍ਹਾਂ ਦੇ ਸਾਜ਼ ਵਜਾਉਂਦੇ ਆ, ਤੇ ਇੱਥੇ ਫਿਰ ਸਾਜ਼ ਕਿਹੜੇ ਵੱਜ ਰਹੇ ਆ ਸਾਨੂੰ ਉਹ ਵੀ ਦੱਸੋ। ਸਤਿਗੁਰੂ ਕਹਿੰਦੇ ਅਨਹਤਾ ਸ਼ਬਦ ਆਵਾਜ਼ ਅੰਤ ਭੇਰੀ। ਸਤਿਗੁਰੂ ਕਹਿੰਦੇ ਜਿਹੜਾ ਅਨਹਤ ਭਾਵ ਜਿਹੜਾ ਉਸ ਅਕਾਲ ਪੁਰਖ ਦਾ ਸਾਰਿਆਂ ਦੇ ਅੰਦਰ ਚੇਤਨਤਾ ਹੈ ਨਾ, ਸਾਰਿਆਂ ਜੀਵਾਂ ਦੇ ਅੰਦਰ, ਸਾਰੇ ਜੀਵ ਜੋ ਬੋਲਦੇ ਆ, ਜੋ ਉਹਨਾਂ ਦੇ ਅੰਦਰ ਚੇਤਨ ਸਤਾ ਚੱਲ ਰਹੀ ਆ, ਜਿਹਦੇ ਨਾਲ ਉਹ ਕਾਰ ਵਿਹਾਰ ਕਰਦੇ ਆ ਤੇ ਬੋਲਦੇ ਆ, ਜਿੰਨੇ ਵੀ ਪਸ਼ੂ ਪਕਸ਼ੀ ਬੋਲਦੇ ਆ, ਜਿਵੇਂ ਮੋਰਾਂ ਦਾ ਚਹਿਕਣਾ, ਕੋਇਲਾਂ ਦਾ ਬੋਲਣਾ, ਮਨੁੱਖਾਂ ਦਾ ਬੋਲਣਾ, ਇਹ ਸਾਰੇ ਕਹਿੰਦੇ ਇੰਜ ਸਮਝ ਲਓ ਜਿਵੇਂ ਉਸ ਅਕਾਲ ਪੁਰਖ ਦੇ ਦਰ ਦੇ ਉੱਤੇ ਜਿਹੜਾ ਹੈ ਢੋਲ ਵੱਜ ਰਿਹਾ ਹੋਣ, ਅਨਹਤ ਨਾਦ ਵੱਜ ਰਹੇ ਹੋਣ, ਜਿਵੇਂ ਉਸ ਪ੍ਰਮਾਤਮਾ ਦੇ ਦਰ ਦੇ ਭੇਰੀ ਦਾ ਅਰਥ ਹੁੰਦਾ ਹੈ ਨਗਾਰਾ, ਜਿਵੇਂ ਉਹਦੇ ਨਫੀਰੀਆਂ ਜਿਹਨੂੰ ਕਹਿੰਦੇ ਆ, ਜਿਵੇਂ ਉਹਦੇ ਦਰ ਦੇ ਉੱਤੇ ਨਗਾਰੇ ਵੱਜਦੇ ਹੋਣ। ਇਹ ਸਾਰੀ ਸਤਾ ਉਹਦੀ ਹੈ ਨਾ। ਜਦੋਂ ਮਨੁੱਖ ਮਰ ਜਾਂਦਾ ਹੈ ਫਿਰ ਉਹ ਚੁੱਪ ਹੋ ਜਾਂਦਾ, ਬਿਲਕੁਲ ਸ਼ਾਂਤ ਹੋ ਜਾਂਦਾ, ਤੇ ਪਰ ਜਦੋਂ ਉਹਦੇ ਅੰਦਰ ਚੇਤਨ ਸਤਾ ਹੁੰਦੀ ਹੈ ਫਿਰ ਤੇ ਉਹ ਬੋਲਦਾ ਹੀ ਹੈ ਨਾ, ਗੱਲਾਂ ਬਾਤਾਂ ਕਰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਆ ਕਿ ਅਸਲ ਦੇ ਵਿੱਚ ਜਿਹੜੀ ਤੁਸੀਂ ਇੱਥੇ ਛੋਟੇ ਛੋਟੇ ਢੋਲ ਵਜਾ ਕੇ, ਨਿੱਕੇ ਨਿੱਕੇ ਚਿਮਟੇ ਖੜਕਾ ਕੇ ਕਹਿੰਦੇ ਹੋ ਕਿ ਅਸੀਂ ਸਾਜ਼ ਵਜਾ ਰਹੇ ਹਾਂ, ਪਰ ਦੇਖੋ ਉਸ ਅਕਾਲ ਪੁਰਖ ਦੀ ਚੇਤਨ ਸਤਾ ਸਾਰਿਆਂ ਦੇ ਅੰਦਰ ਹੈ, ਤੇ ਉਹ ਸਾਰੇ ਬੋਲਦੇ ਹਨ, ਸਾਰੇ ਚਹਿਕਦੇ ਹਨ, ਤੇ ਉਹਨਾਂ ਦਾ ਚਹਿਕਣਾ, ਉਹਨਾਂ ਜੀਵਾਂ ਦਾ ਬੋਲਣਾ, ਸਾਰਿਆਂ ਦਾ ਇਸ ਤਰ੍ਹਾਂ ਸਮਝ ਲਓ ਜਿਵੇਂ ਨਾਦ ਵੱਜ ਰਹੇ ਹੋਣ, ਜਿਵੇਂ ਭੇਰੀ ਸ਼ਹਿਨਾਈਆਂ ਵੱਜ ਰਹੀਆਂ ਹੋਣ, ਜਿਵੇਂ ਨਗਾਰੇ ਵੱਜ ਰਹੇ ਹੋਣ। ਅਨਹਤਾ ਸ਼ਬਦ ਵਾਜੰਤ ਭੇਰੀ, ਜਿਹੜੇ ਅਨਹਤ ਨਾਦ, ਇੱਥੇ ਆਪਾਂ ਇਹ ਸ਼ਬਦ ਲੈ ਸਕਦੇ ਜਿਹੜੇ ਅਨਹਤ ਨਾਦ ਵੱਜ ਰਹੇ ਅੰਦਰ ਸਾਰੇ ਜੀਵਾਂ ਦੇ ਅੰਦਰ, ਉਹ ਉਸ ਅਕਾਲ ਪੁਰਖ ਦੇ ਹੀ ਪੈਦਾ ਕੀਤੇ ਹੋਏ ਆ, ਉਸੇ ਤਰ੍ਹਾਂ ਹੀ ਵੱਜ ਰਹੇ ਆ। ਅਨਹਤਾ ਸ਼ਬਦ ਵਾਜੰਤ ਭੇਰੀ। ਰਹਾਓ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ। ਸਹਿਸ ਦਾ ਅਰਥ ਹੁੰਦਾ ਹਜ਼ਾਰ, ਤਵ ਦਾ ਅਰਥ ਤੇਰੇ, ਨੈਣ ਅੱਖਾਂ, ਸਹਿਸ ਤਵ ਨੈਣ, ਹੇ ਵਾਹਿਗੁਰੂ ਜੀ ਤੇਰੀਆਂ ਹਜ਼ਾਰਾਂ ਅੱਖਾਂ ਹਨ, ਨਨ ਨੈਣ ਹੈ ਤੋਹੇ ਕਉ, ਪਰ ਤੇਰੀ ਕੋਈ ਵੀ ਅੱਖ ਨਹੀਂ ਹੈ। ਨਨ ਦਾ ਅਰਥ ਨਹੀਂ, ਨੈਣ ਹੈ ਤੋਹੇ ਕਉ ਭਾਵ ਤੇਰੀ ਫਿਰ ਕੋਈ ਵੀ ਅੱਖ ਨਹੀਂ। ਇਹ ਹੁਣ ਆਪੋਜਿਟ ਦੋ ਗੱਲਾਂ ਸਤਿਗੁਰਾਂ ਨੇ ਇੱਕੋ ਜਗ੍ਹਾ ਕਹਿਤੀਆਂ ਕਿ ਤੇਰੀਆਂ ਹਜ਼ਾਰਾਂ ਅੱਖਾਂ ਹਨ, ਫਿਰ ਕਹਿ ਦਿੱਤਾ ਤੇਰੀ ਕੋਈ ਅੱਖ ਨਹੀਂ। ਇਹਦਾ ਕੀ ਮਤਲਬ ਬਣਿਆ? ਸਤਿਗੁਰੂ ਕਹਿੰਦੇ ਆ ਕਿ ਹੇ ਪ੍ਰਮਾਤਮਾ ਜੀ ਤੁਸੀਂ ਸਰਗੁਣ ਸਰੂਪ ਹੋ, ਤੇ ਸਰਗੁਣ ਸਰੂਪ ਦੇ ਵਿੱਚ ਜਿੰਨੀਆਂ ਵੀ ਜੀਵਾਂ ਦੀਆਂ ਅੱਖਾਂ ਹਨ ਇਹ ਤੇਰੀਆਂ ਅੱਖਾਂ ਹਨ। ਸਹਿਸ ਤਵ ਨੈਣ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਵਾਹਿਗੁਰੂ ਜੀ ਇਹ ਜਿੰਨੇ ਜੀਵ ਹਨ, ਜਿੰਨੀਆਂ ਵੀ ਅੱਖਾਂ ਹਨ, ਜਿੰਨੇ ਵੀ ਵੇਖ ਰਹੇ ਹਨ, ਇਹ ਤੇਰੀਆਂ ਹੀ ਅੱਖਾਂ ਹਨ, ਤੇਰੀਆਂ ਹੀ ਦਿੱਤੀਆਂ ਹੋਈਆਂ ਅੱਖਾਂ। ਇਸ ਕਰਕੇ ਸਰਗੁਣ ਸਰੂਪ ਹੋਣ ਕਰਕੇ ਤੇਰੀਆਂ ਹਜ਼ਾਰਾਂ ਹੀ ਅੱਖਾਂ ਹਨ। ਨਨ ਨੈਣ ਹੈ ਤੋਹੇ ਕੋ, ਪਰ ਉਹਦੇ ਨਾਲ ਹੀ ਤੁਸੀਂ ਨਿਰਗੁਣ ਸਰੂਪ ਵੀ ਹੋ, ਤੇ ਨਿਰਗੁਣ ਸਰੂਪ ਹੋਣ ਦੇ ਕਰਕੇ ਤੁਹਾਡੀ ਕੋਈ ਵੀ ਅੱਖ ਨਹੀਂ ਹੈ, ਭਾਵ ਕਿਸੇ ਤਰ੍ਹਾਂ ਦੀ ਤੁਹਾਡੀ ਕੋਈ ਅੱਖ ਵੀ ਨਹੀਂ ਹੈ। ਹੁਣ ਜੇ ਪੰਡਤਾਂ ਨੇ ਪੁੱਛਿਆ ਕਿ ਅਸੀਂ ਜਿਸ ਮੂਰਤੀ ਦੀ ਪੂਜਾ ਕਰਦੇ ਹਾਂ ਜਗਨਨਾਥ ਦੀ, ਉਹਦੀਆਂ ਤੇ ਅੱਖਾਂ ਵੀ ਹਨ ਤੇ ਉਹਦੇ ਜਿਹੜਾ ਹੈ ਉਹਦੇ ਨੈਣ ਵੀ ਹਨ, ਤੁਸੀਂ ਫਿਰ ਪਰਮਾਤਮਾ ਦੇ ਕਿਹੜੇ ਨੈਣ ਹਨ ਉਹ ਦੱਸੋ। ਤੇ ਸਤਿਗੁਰੂ ਕਹਿੰਦੇ ਉਹਦੇ ਹਜ਼ਾਰਾਂ ਹੀ ਨੈਣ ਹਨ ਪਰ ਹੈ ਵੀ ਕੋਈ ਵੀ ਨੈਣ। ਕਹਿੰਦੇ ਕਿਵੇਂ? ਕਹਿੰਦੇ ਸਰਗੁਣ ਸਰੂਪ ਹੋਣ ਕਰਕੇ ਉਹਦੇ ਸਾਰੇ ਜੀਵ ਜਿਹੜੇ ਹਨ ਉਹਦੇ ਹੀ ਨੈਣ ਦਿੱਤੇ ਹੋਏ ਆ, ਇਸ ਕਰਕੇ ਉਹ ਸਾਰਿਆਂ ਦੇ ਵਿੱਚ ਬੈਠਾ ਵੇਖ ਵੀ ਰਿਹਾ ਹੈ, ਤੇ ਫਿਰ ਸਾਰਿਆਂ ਤੋਂ ਪਰੇ ਹੋਣ ਕਰਕੇ ਉਹ ਨਿਰਗੁਣ ਸਰੂਪ ਵੀ ਹੈ। ਇਸ ਕਰਕੇ ਉਹਦਾ ਕੋਈ ਵੀ ਉਹਦਾ ਨੈਣ ਨਹੀਂ ਹੈ, ਉਹਦੀ ਕੋਈ ਵੀ ਅੱਖ ਨਹੀਂ ਹੈ। ਸਹਿਸ ਮੂਰਤ ਨਨਾ ਏਕ ਤੋਹੀ, ਸਤਿਗੁਰ ਕਹਿੰਦੇ ਆ ਸਹਿਸ ਮੂਰਤ ਨਨਾ ਏਕ ਤੋਹੀ। ਇਸੇ ਤਰ੍ਹਾਂ ਹੀ ਉਹਦੀ ਜਿਹੜੀ ਹੈ ਹਜ਼ਾਰਾਂ ਉਹਦੀਆਂ ਮੂਰਤੀਆਂ ਹਨ, ਸਾਰੇ ਜੀਵ ਉਹਦੀਆਂ ਮੂਰਤੀਆਂ ਹਨ, ਸਾਰੇ ਹੀ ਜਿੰਨੇ ਵੀ ਜੀਵ ਸੰਸਾਰ ਤੇ ਹਨ ਉਹਦੀਆਂ ਬਣਾਈਆਂ ਹੋਈਆਂ ਮੂਰਤੀਆਂ ਹਨ, ਇਸ ਕਰਕੇ ਹਜ਼ਾਰਾਂ ਹੀ ਉਹਦੀਆਂ ਮੂਰਤੀਆਂ ਹਨ। ਸਹਿਸ ਮੂਰਤ ਨਨਾ ਏਕ ਤੋਹੀ, ਤੇ ਉਹਦੀ ਇੱਕ ਵੀ ਮੂਰਤ ਨਹੀਂ, ਨਨਾ ਏਕ ਤੋਹੀ, ਪਰ ਉਹਦੀ ਇੱਕ ਵੀ ਮੂਰਤੀ ਨਹੀਂ। ਉਹ ਕਿਵੇਂ? ਕਿਉਂਕਿ ਉਹ ਨਿਰਗੁਣ ਸਰੂਪ ਵੀ ਹੈ, ਇਸ ਕਰਕੇ ਉਹਦੀਆਂ ਹਜ਼ਾਰਾਂ ਮੂਰਤੀਆਂ ਹਨ। ਉਹ ਕਹਿੰਦੇ ਅਸੀਂ ਤੇ ਉਹ ਦਿਖ ਰਿਹਾ ਹੈ ਉਹਦੀ ਪੂਜਾ ਕਰਦੇ ਆ ਜੋ ਮੂਰਤੀ ਹੈ, ਤੇ ਤੁਸੀਂ ਕਿਸ ਮੂਰਤ ਦੀ ਗੱਲ ਕਰਦੇ ਹੋ? ਸਤਿਗੁਰੂ ਕਹਿੰਦੇ ਉਹ ਜਿਹਦੀ ਮੈਂ ਆਰਤੀ ਕਰਦਾ ਨਾ ਉਹਦੀ ਮੂਰਤਾਂ ਸਾਰੀਆਂ ਹੀ ਆ, ਸਾਰੇ ਸੰਸਾਰ ਹੀ ਉਹਦੀ ਮੂਰਤ ਹੈ, ਜਿੰਨਾ ਵੀ ਦਿਖ ਰਿਹਾ, ਪਰ ਉਹਦੀ ਫਿਰ ਵੀ ਕੋਈ ਮੂਰਤੀ ਨਹੀਂ। ਕਹਿੰਦੇ ਉਹ ਕਿਵੇਂ? ਕਿਉਂਕਿ ਉਹ ਨਿਰਗੁਣ ਸਰੂਪ ਵੀ ਹੈ, ਇਸ ਕਰਕੇ ਉਹਦੀ ਆਪਣੀ ਕੋਈ ਮੂਰਤੀ ਨਹੀਂ, ਪਰ ਸਾਰਾ ਸੰਸਾਰ ਹੀ ਉਹਦੀ ਮੂਰਤੀ ਹੈ।
ਸਹਿ ਸਮੂਰਤ ਨਨਾ ਏਕ ਤੋਹੀ। ਨਨਾ ਦਾ ਅਰਥ ਨਹੀਂ, ਏਕ ਤੋਹੀ, ਇੱਕ ਵੀ ਤੇਰੀ। ਤੋਹੀ ਦਾ ਅਰਥ ਤੇਰੀ ਕੋਈ ਵੀ ਮੂਰਤੀ ਨਹੀਂ ਹੈ। ਸਹਿ ਸਮੂਰਤ, ਹਜ਼ਾਰਾਂ ਤੇਰੀਆਂ ਮੂਰਤਾਂ ਹਨ, ਪਰ ਨਨਾ ਇੱਕ ਤੋਹੀ, ਤੇਰੀ ਕੋਈ ਵੀ ਮੂਰਤੀ ਨਹੀਂ ਹੈ। ਸਹਿਸ ਪਦ ਬਿਮਲ, ਇਹਨੂੰ ਬਿਮਲ ਨਹੀਂ ਪੜਨਾ, ਬਿਮਲ। ਬਿਮਲ ਦਾ ਅਰਥ ਹੁੰਦਾ ਹੈ ਮੈਲ ਤੋਂ ਰਹਿਤ। ਮਲ ਦਾ ਅਰਥ ਮੈਲ, ਬਿਮਲ ਦਾ ਅਰਥ ਬਣ ਗਿਆ ਮੈਲ ਤੋਂ ਰਹਿਤ। ਸਹਿਸ ਪਦ ਬਿਮਲ, ਪਦ ਦਾ ਅਰਥ ਹੁੰਦਾ ਪੈਰ, ਕਿ ਵਾਹਿਗੁਰੂ ਜੀ ਤੇਰੇ ਹਜ਼ਾਰਾਂ ਹੀ ਜਿਹੜੇ ਉਹ ਬਿਮਲ ਨਿਰਮਲ ਪੈਰ ਹਨ। ਬਿਮਲ ਦਾ ਅਰਥ ਨਿਰਮਲ, ਤੇਰੇ ਹਜ਼ਾਰਾਂ ਹੀ ਨਿਰਮਲ ਪੈਰ ਹਨ। ਜਾਂ ਕਹਿ ਲਓ ਇਹ ਅਕਾਲ ਪੁਰਖ ਜੀ ਤੇਰੇ ਹਜ਼ਾਰਾਂ ਹੀ ਪੈਰ ਹਨ ਜਿਹੜੇ ਜੀਵਾਂ ਦੇ ਜੀਵਾਂ ਨੂੰ ਨਿਰਮਲ ਕਰਦੇ ਆ। ਜਿਹੜੇ ਜੀਵ ਸੰਸਾਰ ਦੇ ਪਾਪਾਂ ਦੀ ਮੈਲ ਤੇਰੇ ਚਰਨਾਂ 'ਚ ਪੈ ਕੇ ਧੋਂਦੇ ਆ ਨਾ ਆਪਣੀ, ਉਹ ਤੇਰੇ ਹਜ਼ਾਰਾਂ ਹੀ ਪੈਰ ਹਨ। ਸਹਿਸ ਪਦ ਬਿਮਲ ਨਨ ਏਕ ਪਦ, ਪਰ ਤੇਰਾ ਇੱਕ ਵੀ ਪੈਰ ਨਹੀਂ। ਇਹਨੂੰ ਇਸ ਤਰ੍ਹਾਂ ਆਪਾਂ ਜਦੋਂ ਅਰਥ ਕਰਨੇ ਆ ਨਾ, ਉਦੋਂ ਇਸ ਤਰ੍ਹਾਂ ਆਪਾਂ ਵਿਸ਼ਰਾਮ ਦੇਣਾ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਇਸ ਤਰ੍ਹਾਂ ਵਿਸ਼ਰਾਮ ਆਉਂਦਾ ਹੈ। ਅਸਲ 'ਚ ਆਪਾਂ ਪੜ੍ਹਦੇ ਹਾਂ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਇਸ ਤਰ੍ਹਾਂ ਆਪਾਂ ਪੜ੍ਹਦੇ ਜਦੋਂ ਅਸੀਂ ਇਸ ਬਾਣੀ ਨੂੰ ਪੜ੍ਹਦੇ ਹਾਂ ਇੱਥੇ। ਪਰ ਜਿਹੜਾ ਵਿਸ਼ਰਾਮ ਹੈ ਜਦੋਂ ਅਸੀਂ ਅਰਥ ਕਰਨੇ ਆ, ਉਦੋਂ ਵਿਸ਼ਰਾਮ ਕੀ ਹੋਏਗਾ, ਸਹਿਸ ਪਦ ਬਿਮਲ ਨਨ ਏਕ ਪਦ, ਇੱਥੇ ਰੁਕਣਾ। ਭਾਵ ਇਹ ਵਾਹਿਗੁਰੂ ਜੀ ਤੇਰੇ ਹਜ਼ਾਰਾਂ ਹੀ ਪੈਰ ਹਨ, ਕਿਉਂਕਿ ਸਰਗੁਣ ਸਰੂਪ ਹੋਣ ਕਰਕੇ। ਨਨ ਏਕ ਪਦ, ਪਰ ਤੇਰਾ ਕੋਈ ਵੀ ਪੈਰ ਨਹੀਂ, ਕਿਉਂਕਿ ਤੂੰ ਨਿਰਗੁਣ ਸਰੂਪ ਵੀ ਹੈ, ਇਸ ਕਰਕੇ ਤੇਰਾ ਕੋਈ ਪੈਰ ਵੀ ਨਹੀਂ। ਕਿਉਂਕਿ ਉਹ ਫੁੱਲ ਚੜਾਉਂਦੇ ਸਨ ਨਾ ਪੈਰਾਂ ਦੇ ਉੱਤੇ, ਇਸ ਕਰਕੇ ਉਹ ਕਹਿੰਦੇ, ਪੰਡਿਤ ਕਹਿੰਦੇ ਵੀ ਅਸੀਂ ਤੇ ਉਹਦੇ ਪੈਰਾਂ ਦੇ ਵਿੱਚ ਫੁੱਲ ਚੜਾਉਂਦੇ ਆ, ਤੇ ਤੁਸੀਂ ਕਿਹੜੇ ਪੈਰਾਂ ਦੇ ਵਿੱਚ ਫੁੱਲ ਚੜਾਉਂਦੇ। ਸਤਿਗੁਰ ਕਹਿੰਦੇ ਸਹਿਸ ਪਦ ਬਿਮਲ, ਉਹਦੇ ਹਜ਼ਾਰਾਂ ਹੀ ਪੈਰ ਹਨ ਜਿਹਦੇ ਅੱਗੇ ਮੈਂ ਫੁੱਲ ਭੇਟਾ ਕਰਦਾ। ਨਨ ਏਕ ਪਦ, ਪਰ ਉਹਦਾ ਕੋਈ ਪੈਰ ਨਹੀਂ, ਕਿਉਂਕਿ ਨਿਰਗੁਣ ਸਰੂਪ ਵੀ ਹੈ। ਗੰਧ ਬਿਨ ਸਹਿਸ ਤਵ ਗੰਧ, ਗੰਧ ਬਿਨ, ਬਿਨਾ, ਗੰਧ ਦਾ ਅਰਥ ਹੁੰਦਾ ਹੈ ਨੱਕ, ਕਿਉਂਕਿ ਨੱਕ ਦੇ ਨਾਲ ਸਾਹ ਲੈਂਦੇ ਆ, ਗੰਧ ਸੁਗੰਧ ਸੁੰਘਦੇ ਆ ਸਾਰਾ ਕੁਛ, ਇਸ ਕਰਕੇ ਗੰਧ ਦਾ ਅਰਥ ਇੱਥੇ ਨੱਕ ਹੈ। ਗੰਧ ਬਿਨ, ਕਿ ਵਾਹਿਗੁਰੂ ਜੀ ਤੇਰੇ ਇੱਕ ਵੀ ਨੱਕ ਨਹੀਂ ਹੈ। ਗੰਧ ਬਿਨ ਸਹਿਸ ਤਵ ਗੰਧ, ਤੇਰੇ ਹਜ਼ਾਰਾਂ ਹੀ ਨੱਕ ਹਨ। ਨਿਰਗੁਣ ਸਰੂਪ ਹੋਣ ਕਰਕੇ ਵਾਹਿਗੁਰੂ ਜੀ ਆਪ ਜੀ ਦਾ ਇੱਕ ਵੀ ਨੱਕ ਨਹੀਂ ਹੈ, ਪਰ ਸਰਗੁਣ ਸਰੂਪ ਹੋਣ ਕਰਕੇ ਆਪ ਜੀ ਦੇ ਹਜ਼ਾਰਾਂ ਹੀ ਨੱਕ ਹਨ। ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਤਿਗੁਰ ਕਹਿੰਦੇ ਇਹ ਬੜਾ ਵੱਡਾ ਕੌਤਕ ਹੈ ਜਿਨਨੇ ਮੈਨੂੰ ਮੋਹਿਆ ਹੋਇਆ ਹੈ। ਪੰਡਿਤ ਕਹਿੰਦੇ ਕਿ ਅਸੀਂ ਤੇ ਉਸ ਮੂਰਤੀ ਦੇ ਅੱਗੇ ਜਿਹੜਾ ਹੈ ਉਹਦੇ ਨੈਣ ਵੀ ਦੇਖਦੇ ਹਾਂ, ਉਹਦੇ ਅੱਗੇ ਅਸੀਂ ਜਿਹੜਾ ਹੈ ਉਹਦੀ ਮੂਰਤੀ ਦੇ ਅੱਗੇ ਅਸੀਂ ਆਰਤੀ ਕਰਦੇ ਹਾਂ, ਉਹਦੇ ਪੈਰਾਂ 'ਚ ਅਸੀਂ ਫੁੱਲ ਰੱਖਦੇ ਹਾਂ। ਤੁਸੀਂ ਕਿਸ ਤਰ੍ਹਾਂ ਫੁੱਲ ਰੱਖਦੇ, ਉਹ ਤੇ ਸਾਡੀ ਸੁਗੰਧੀ ਦੀ ਸੁੰਘਦਾ ਹੈ, ਉਹਦਾ ਨੱਕ ਵੀ ਹੈ ਸਾਡੀ ਮੂਰਤੀ ਦਾ। ਤੇ ਸਤਿਗੁਰੂ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਕਿ ਉਹ ਕਿਸ ਤਰ੍ਹਾਂ ਦਾ ਹੈ ਜਿਹਦੀ ਮੈਂ ਆਰਤੀ ਕਰਦਾ। ਸਤਿਗੁਰੂ ਕਹਿੰਦੇ ਉਹ ਸਰਗੁਣ ਸਰੂਪ ਹੋਣ ਕਰਕੇ ਸਾਰੇ ਹੀ ਨੈਣ ਉਹਦੇ ਨੈਣ ਹਨ, ਤੇ ਹੈ ਨੈਣ ਤੋਂ ਬਿਨਾਂ ਕਿਉਂਕਿ ਨਿਰਗੁਣ ਸਰੂਪ ਹੈ। ਤੇ ਹਜ਼ਾਰਾਂ ਹੀ ਜਿਹੜਾ ਹੈ ਉਹਦੀਆਂ ਮੂਰਤਾਂ ਹਨ, ਸਾਰੇ ਜੀਵ ਵੀ ਉਹਦੀਆਂ ਮੂਰਤਾਂ ਹਨ, ਪਰ ਬਿਨਾਂ ਸਰਗੁਣ ਸਰੂਪ ਹੋਣ ਕਰਕੇ ਉਹ ਜਿਹੜਾ ਹੈ ਅਕਾਲ ਪੁਰਖ ਪਰਮਾਤਮਾ, ਉਹਦੀ ਕੋਈ ਮੂਰਤੀ ਨਹੀਂ ਹੈ। ਫਿਰ ਉਹਦੇ ਹਜ਼ਾਰਾਂ ਹੀ ਪੈਰ ਹਨ ਕਿਉਂਕਿ ਉਹ ਸਰਗੁਣ ਸਰੂਪ ਵੀ ਹੈ, ਤੇ ਫਿਰ ਉਹਦਾ ਕੋਈ ਪੈਰ ਨਹੀਂ ਕਿਉਂਕਿ ਨਿਰਗੁਣ ਸਰੂਪ ਵੀ ਹੈ। ਫਿਰ ਉਹਦੀਆਂ ਹਜ਼ਾਰਾਂ ਹੀ ਨੱਕ ਹਨ, ਤੇ ਫਿਰ ਉਹਦਾ ਇੱਕ ਵੀ ਨੱਕ ਨਹੀਂ ਕਿਉਂਕਿ ਉਹ ਨਿਰਗੁਣ ਸਰੂਪ ਵੀ ਹੈ। ਇਵ ਚਲਤ ਮੋਹੀ, ਸਤਿਗੁਰ ਕਹਿੰਦੇ ਉਹਦੇ ਇਸੇ ਕੌਤਕਾਂ ਨੇ ਮੈਨੂੰ ਮੋਹਿਆ ਹੋਇਆ। ਇਵ ਚਲਤ ਮੋਹੀ, ਉਹਦਾ ਇੱਕ ਕੌਤਕ ਹੈ। ਇਵ ਚਲਤ, ਚਲਤ ਦਾ ਅਰਥ ਹੁੰਦਾ ਕੌਤਕ। ਇਹ ਉਹਦੇ ਇਸ ਤਰ੍ਹਾਂ ਦੇ ਕੌਤਕਾਂ ਨੇ ਮੈਨੂੰ ਮੋਹਿਆ ਹੋਇਆ, ਤਾਂ ਕਰਕੇ ਪੰਡਿਤੋ ਮੈਂ ਉਹਦੀ ਆਰਤੀ ਕਰਦਾ। ਕਿ ਉਹ ਐਸਾ ਹੈ ਮੇਰਾ ਅਕਾਲ ਪੁਰਖ ਜੀ ਦੀ ਮੈਂ ਆਰਤੀ ਕਰਦਾ, ਤਾਂ ਕਰਕੇ ਉਹਦੇ ਇਹੋ ਜਿਹੇ ਕੌਤਕ ਦੇਖ ਕੇ ਮੈਂ ਮੋਹਿਆ ਹੋਇਆ। ਸਹਿਸ ਤਵ ਗੰਧ ਇਵ ਚਲਤ ਮੋਹੀ, ਇਸ ਤਰ੍ਹਾਂ ਮੈਂ ਜਿਹੜਾ ਹੈ ਉਹਦੇ ਇਹੋ ਜਿਹੇ ਕੌਤਕਾਂ ਨੂੰ ਵੇਖ ਕੇ ਹੀ ਉਹਦੇ ਨਾਲ ਮੋਹ ਪਾਇਆ ਹੈ, ਤੇ ਤਾਂ ਕਰਕੇ ਮੈਂ ਉਹਦੀ ਇਸ ਤਰ੍ਹਾਂ ਆਰਤੀ ਕਰਦਾ। ਸਹਿਸ ਤਵ ਨੈਣ ਨਨ ਨੈਣ ਹੈ ਤੋਹੀ ਕਹੋ, ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ, ਜੋਤ ਹੈ ਸੋਏ। ਫਿਰ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਕਹਿੰਦੇ ਕਿ ਫਿਰ ਉਹ ਜਿਹੜਾ ਅਕਾਲ ਪੁਰਖ ਹੈ ਨਾ, ਸਭ ਮਹਿ ਜੋਤ, ਉਹਦੀ ਜੋਤ ਸਾਰਿਆਂ ਦੇ ਵਿੱਚ ਹੈ। ਜੋਤ ਹੈ ਸੋਏ, ਤੇ ਉਹ ਆਪ ਵੀ ਜੋਤ ਸਰੂਪ ਹੈ। ਉਹ ਕਹਿੰਦੇ ਕਿ ਅਸੀਂ ਤੇ ਇੱਕ ਜੋਤ ਵੀ ਲਾਉਨੇ ਆ ਉਹਦੇ ਅੱਗੇ,
ਉਹਦੀ ਆਪਣੀ ਮੂਰਤੀ ਦੇ ਅੱਗੇ ਤੁਸੀਂ ਦੱਸੋ ਕਿਹੜੀ ਜੋਤ ਲਾਉਂਦੇ ਹੋ। ਸਤਿਗੁਰੂ ਕਹਿੰਦੇ ਉਹ ਆਪ ਹੀ ਜੋਤ ਸਰੂਪ ਹੈ। ਜਿਹਦੀ ਜੋਤ ਦੀ ਤੁਸੀਂ ਗੱਲ ਕਰਦੇ ਹੋ ਨਾ, ਜਿਹੜੀ ਜੋਤ ਤੁਸੀਂ ਲਾਉਂਦੇ ਹੋ ਉਹ ਤੁਸੀਂ ਲਾਓ, ਪਰ ਜਿਹੜੀ ਜੋਤ ਦੀ ਮੈਂ ਗੱਲ ਕਰਦਾ, ਜਿਸ ਅਕਾਲ ਪੁਰਖ ਦੀ ਮੈਂ ਗੱਲ ਕਰਦਾ ਨਾ, ਉਹ ਆਪ ਹੀ ਜੋਤ ਸਰੂਪ ਹੈ। ਜੋਤ ਸਰੂਪ ਕਿਵੇਂ ਆ? ਸਤਿਗੁਰੂ ਕਹਿੰਦੇ ਕਿਉਂਕਿ ਸਭ ਮਹਿ ਜੋਤ, ਕਿਉਂਕਿ ਉਹ ਸਾਰਿਆਂ ਦੇ ਵਿੱਚ ਹੈ, ਇੱਕ ਰਸ ਹੈ, ਬਰਾਬਰ ਵਰਤ ਰਿਹਾ ਹੈ। ਇਸ ਕਰਕੇ ਸਭ ਮਹਿ ਜੋਤ, ਕਿਉਂਕਿ ਉਹਦੀ ਜੋਤ ਸਾਰਿਆਂ ਦੇ ਅੰਦਰ ਹੈ। ਜੋਤ ਹੈ ਸੋਏ, ਤੇ ਉਹ ਆਪ ਹੀ ਜੋਤ ਹੈ ਜਿਹਦੀ ਮੈਂ ਗੱਲ ਕਰ ਰਿਹਾ, ਜਿਸ ਅਕਾਲ ਪੁਰਖ ਦੀ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ। ਉੱਥੇ ਕਹਿ ਹੈ ਤੇ ਇੱਥੇ ਦੈ ਹੈ। ਤਿਸ ਦੈ ਚਾਨਣ, ਸਭ ਮਹਿ ਚਾਨਣ ਹੋਏ। ਉਸ ਅਕਾਲ ਪੁਰਖ ਦੇ ਚਾਨਣ ਦੇ ਨਾਲ ਹੀ, ਉਸ ਅਕਾਲ ਪੁਰਖ ਦੇ ਪ੍ਰਕਾਸ਼ ਦੇ ਨਾਲ ਹੀ ਸਾਰਿਆਂ ਦੇ ਅੰਦਰ ਜਿਹੜਾ ਪ੍ਰਕਾਸ਼ ਹੋ ਰਿਹਾ ਹੈ, ਉਹ ਜਿਹੜਾ ਵਾਹਿਗੁਰੂ ਹੈ ਨਾ, ਜੋ ਅਕਾਲ ਪੁਰਖ ਹੈ, ਜਿਹਦੀ ਆਰਤੀ ਕਰਨ ਲਈ ਸਤਿਗੁਰੂ ਪ੍ਰੇਰਿਤ ਕਰ ਰਹੇ ਆ। ਕਹਿੰਦੇ ਕਿ ਉਹਦੇ ਚਾਨਣ ਦੇ ਨਾਲ ਹੀ ਸਾਰਿਆਂ ਦੇ ਵਿੱਚ ਜਿਹੜਾ ਹੈ ਨਾ ਚਾਨਣ ਹੋ ਰਿਹਾ। ਉਹਦੀ ਜੀਵ ਸਤਾ ਜਿਹੜੀ ਹੈ ਨਾ ਸਾਰਿਆਂ ਦੇ ਵਿੱਚ ਪ੍ਰਕਾਸ਼ਮਾਨ ਹੈ, ਤੇ ਉਹਦੇ ਨਾਲ ਹੀ ਸਾਰਾ ਚਾਨਣ ਹੋ ਰਿਹਾ। ਕਿਉਂਕਿ ਅਸੀਂ ਦੇਖ ਰਹੇ ਹਾਂ, ਸਾਡੇ ਅੰਦਰ ਉਹਦੀ ਜੀਵ ਸਤਾ ਹੈ, ਤਾਂ ਹੀ ਦੇਖ ਰਹੇ ਹਾਂ ਨਾ। ਅਸੀਂ ਕੰਮ ਕਰ ਰਹੇ ਹਾਂ, ਉਹਦੇ ਸਾਡੇ ਅੰਦਰ ਉਹਦੀ ਜੀਵ ਸਤਾ ਹੈ, ਤਾਂ ਹੀ ਕੰਮ ਕਰ ਰਹੇ ਹਾਂ। ਅਸੀਂ ਦੂਸਰਿਆਂ ਦੇ ਅੱਗੇ ਭਾਵ ਪ੍ਰਗਟ ਕਰਦੇ ਹਾਂ, ਖੁਸ਼ੀ ਗਮੀ ਸਾਰਾ ਕੁਝ ਪ੍ਰਗਟ ਕਰਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ, ਰੋਂਦੇ ਹਾਂ। ਸਾਰਾ ਕਿੱਥੋਂ ਆਉਂਦਾ ਹੈ? ਕਿਉਂਕਿ ਸਾਡੇ ਅੰਦਰ ਉਹਦੀ ਜੀਵ ਸਤਾ। ਤੇ ਜਿਸ ਦਿਨ ਉਹਦੀ ਜੀਵ ਸਤਾ, ਉਹਦੀ ਜੋਤ ਨਿਕਲ ਜਾਂਦੀ ਹੈ, ਫਿਰ ਕੀ ਹੋ ਜਾਂਦਾ? ਫਿਰ ਸਾਡੀ ਮੌਤ ਹੋ ਜਾਂਦੀ ਹੈ। ਅਸੀਂ ਪਏ ਹੁੰਦੇ ਹਾਂ, ਨਾ ਸਾਡੇ ਸਰੀਰ ਤੇ ਕੋਈ ਭਾਵ, ਨਾ ਸਾਡਾ ਚਿਹਰਾ ਮੁਸਕਰਾਉਂਦਾ ਹੈ, ਨਾ ਰੋਂਦਾ ਹੈ, ਨਾ ਹੱਸਦਾ ਹੈ। ਅੱਖਾਂ ਬੰਦ ਹੋ ਜਾਂਦੀਆਂ, ਕੋਈ ਭਾਵ ਨਹੀਂ ਨਾ ਰਹਿੰਦਾ, ਕਿਉਂਕਿ ਉਹਦੀ ਜੀਵ ਸਤਾ ਸਾਡੇ ਅੰਦਰ ਹੈ। ਤੇ ਇਸ ਕਰਕੇ ਸਤਿਗੁਰੂ ਕਹਿੰਦੇ ਆ, ਤਿਸ ਦਾ ਚਾਨਣ ਸਭ ਮੈਂ ਚਾਨਣ। ਮੈਂ ਉਹਦੀ ਆਰਤੀ ਕਰਦਾ ਜਿਹਦੇ ਚਾਨਣ ਦੇ ਨਾਲ ਸਾਰਿਆਂ ਦੇ ਵਿੱਚ ਚਾਨਣ ਹੈ। ਸਤਿਗੁਰੂ ਉਹ ਕਹਿੰਦੇ ਵੀ ਫਿਰ ਦੱਸੋ ਵੀ ਉਹ ਨਿਰਗੁਣ ਹੈ ਕਿਵੇਂ ਦਾ? ਤੇ ਸਤਿਗੁਰੂ ਕਹਿੰਦੇ ਉਹ ਨਿਰਗੁਣ ਇਸ ਤਰ੍ਹਾਂ ਦਾ ਹੈ, ਤੇ ਸਰਗੁਣ ਰੂਪ ਵੀ ਹੈ ਤੇ ਨਿਰਗੁਣ ਰੂਪ ਵੀ ਹੈ। ਨਿਰਗੁਣ ਕਰਕੇ ਉਹਦਾ ਚਾਨਣ ਹੈ, ਤੇ ਪਰ ਜਦੋਂ ਸਰਗੁਣ ਰੂਪ ਹੋ ਕਰਕੇ ਉਹ ਚਾਨਣ ਦਿੰਦਾ ਹੈ ਨਾ, ਫਿਰ ਸਾਰੇ ਜਗਮਗਾ ਉੱਠਦੇ ਆ, ਸਾਰਿਆਂ ਦੇ ਅੰਦਰ ਜੋਤ ਉਹਦੀ ਪ੍ਰਗਟ ਹੋ ਜਾਂਦੀ ਹੈ। ਫਿਰ ਸਾਰੇ ਹੀ ਮਨੁੱਖ ਆ, ਜੀਵ ਆ, ਸਾਰੇ ਜੀਵ ਜੰਤੂ ਉਹਦੇ ਹੀ ਬਣਾਏ ਹੋਏ ਆ, ਤੇ ਇਹਨਾਂ ਨੂੰ ਚਾਨਣ, ਉਹਨਾਂ ਦੀ ਜੀਵ ਸਤਾ ਵੀ ਉਹ ਆਪ ਹੀ ਹੈ, ਤੇ ਤਾਂ ਕਰਕੇ ਉਹ ਵੀ ਚਾਨਣ ਰੂਪ ਹੋ ਜਾਂਦੇ ਆ, ਜਿਹੜੇ ਐਸੇ ਅਕਾਲ ਪੁਰਖ ਨੂੰ ਸੇਵਦੇ ਆ। ਇਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਫਿਰ ਪੰਡਿਤ ਕਹਿੰਦੇ ਕਿ ਸਾਨੂੰ ਇਹ ਤੇ ਦੱਸੋ ਵੀ ਇਹ ਜਿਹੜੀ ਜੋਤ ਆ, ਇਹ ਕਿਵੇਂ ਪਤਾ ਲੱਗਦਾ ਕਿ ਇਹ ਜਿਹੜੀ ਸਰਗੁਣ ਦੀ ਗੱਲ ਤੁਸੀਂ ਕਰਦੇ ਹੋ, ਨਿਰਗੁਣ ਦੀ ਗੱਲ ਕਰਦੇ ਹੋ, ਸਹਿਸਤਵ ਨੈਣ ਦੀ ਗੱਲ ਕਰਦੇ ਹੋ, ਨੈਣ ਹੈ ਤੋਹੇ ਦੀ ਗੱਲ, ਇਹ ਪਤਾ ਕਿਵੇਂ ਲੱਗਦਾ? ਕਿੱਥੋਂ ਪਤਾ ਲੱਗੂਗਾ ਕਿ ਇਹ ਸਾਡੇ ਅੰਦਰ ਇਸ ਤਰ੍ਹਾਂ ਵਿਦਮਾਨ ਹੈ, ਸਾਡੇ ਅੰਦਰ ਉਹਦੀ ਜੋਤ ਹੈ? ਕਿੱਥੋਂ ਪ੍ਰਗਟ ਹੋਵੇਗੀ? ਕਿਵੇਂ ਪਤਾ ਲੱਗੇਗਾ? ਕਿਵੇਂ ਪਤਾ ਲੱਗੇਗਾ ਕਿ ਉਹਦੇ ਹਜ਼ਾਰਾਂ ਨੈਣ ਹਨ ਤੇ ਇੱਕ ਵੀ ਨੈਣ ਨਹੀਂ? ਕਿਵੇਂ ਪਤਾ ਲੱਗੇਗਾ ਕਿ ਉਹਦੀਆਂ ਹਜ਼ਾਰਾਂ ਮੂਰਤਾਂ ਹਨ ਪਰ ਇੱਕ ਵੀ ਮੂਰਤ ਨਹੀਂ? ਇਹ ਸਾਨੂੰ ਦੱਸੋ ਕਿ ਉਹ ਪਤਾ ਕਿਵੇਂ ਲੱਗੇ? ਫਿਰ ਸਤਿਗੁਰੂ ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਦੁਆਰਾ ਇਹ ਜੋਤ ਪ੍ਰਗਟ ਹੁੰਦੀ ਹੈ। ਜਦੋਂ ਗੁਰੂ ਗਿਆਨ ਦਿੰਦਾ ਹੈ ਨਾ, ਗੁਰੂ ਬਖਸ਼ਿਸ਼ ਕਰਦਾ ਹੈ, ਫਿਰ ਇਹ ਜੋਤ ਪ੍ਰਗਟ ਹੁੰਦੀ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ ਹੈ, ਸਾਰਿਆਂ ਦੇ ਅੰਦਰ ਉਹਦੀ ਜੋਤ, ਪਰ ਵਿਸ਼ੇਸ਼ ਤੌਰ ਤੇ ਉਹਨਾਂ ਦੇ ਅੰਦਰ ਪ੍ਰਗਟ ਹੁੰਦੀ ਹੈ ਜਿਹੜੇ ਜਾਣ ਲੈਂਦੇ ਆ ਕਿ ਇਹ ਸਾਰੇ ਘਟ ਘਟ ਦਾ ਮਾਲਕ ਉਹ ਹੈ। ਕਿਹੜੇ ਜਾਣਦੇ ਆ? ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ। ਸਤਿਗੁਰੂ ਕਹਿੰਦੇ ਹੈ ਉਹ ਸਰਗੁਣ ਵੀ ਹੈ, ਨਿਰਗੁਣ ਵੀ, ਪਰ ਉਹਦਾ ਪਤਾ ਕਿਵੇਂ ਚੱਲਦਾ ਹੈ? ਗੁਰ ਸਾਖੀ ਜੋਤ ਪ੍ਰਗਟ ਹੋਏ, ਜਿਹਦੇ ਅੰਦਰ ਗੁਰੂ ਦੀ ਸਿੱਖਿਆ ਦੇ ਨਾਲ ਜੋਤ ਪ੍ਰਗਟ ਹੁੰਦੀ ਹੈ ਨਾ, ਫਿਰ ਉਹ ਜਾਣ ਜਾਂਦਾ ਕਿ ਹਰ ਥਾਂ ਉਹੀ ਰਮਿਆ ਆ, ਸਾਰਿਆਂ ਦੇ ਵਿੱਚ ਉਸੇ ਦੀ ਜੋਤ ਹੈ, ਉਹੀ ਸਤਿਗੁਣ ਹੈ, ਉਹੀ ਨਿਰਗੁਣ ਹੈ। ਉਹਦੀਆਂ ਹੀ ਹਜ਼ਾਰਾਂ ਮੂਰਤਾਂ ਹਨ, ਉਹਦੀ ਕੋਈ ਵੀ ਮੂਰਤ ਨਹੀਂ। ਉਸ ਮਨੁੱਖ ਨੂੰ ਪਤਾ ਲੱਗਦਾ, ਕਿਹਨੂੰ? ਗੁਰ ਸਾਖੀ ਜੋਤ ਪ੍ਰਗਟ ਹੋਏ, ਜਿਹੜਾ ਗੁਰੂ ਦੀ ਸਿੱਖਿਆ ਦੁਆਰਾ, ਸਾਖੀ ਦਾ ਅਰਥ ਸਿੱਖਿਆ, ਗੁਰ ਸਾਖੀ ਜੋਤ ਪ੍ਰਗਟ ਹੋਏ, ਜਿਹਦੇ ਅੰਦਰ ਗੁਰੂ ਦੀ ਸਿੱਖਿਆ ਦੇ ਨਾਲ ਇਹ ਜੋਤ ਪ੍ਰਗਟ ਹੁੰਦੀ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ। ਸਤਿਗੁਰੂ ਕਹਿੰਦੇ ਆ, ਫਿਰ ਉਹ ਕਹਿੰਦੇ ਕਿ ਅਸੀਂ ਥਾਲ ਘੁਮਾਉਨੇ ਆ ਵਾਰ-ਵਾਰ, ਇੱਥੇ ਫਿਰ ਥਾਲ ਕਿਹੜਾ ਘੁੰਮ ਰਿਹਾ? ਅਸੀਂ ਤੇ ਵਾਰ-ਵਾਰ ਥਾਲ ਘੁਮਾਉਨੇ ਆ ਨਾ, 2 ਵਾਰੀ 4 ਵਾਰੀ ਪੈਰਾਂ ਤੇ, 2 ਵਾਰੀ ਨਾਭੀ ਦੇ ਕੋਲ, ਤੇ 1 ਵਾਰੀ ਮੂੰਹ ਦੇ ਕੋਲ ਘੁਮਾ ਕੇ, ਫਿਰ 7 ਵਾਰੀ ਅਸੀਂ ਉਸ ਜਿਹੜੀ ਹੈ ਮੂਰਤੀ ਉਹਨੂੰ ਸਾਰੀ ਨੂੰ ਕਵਰ ਕਰਕੇ ਤੇ ਥਾਲ ਘੁਮਾਉਨੇ ਆ। ਤੇ ਇੱਥੇ ਫਿਰ ਕਿਹੜਾ ਥਾਲ ਘੁੰਮ ਰਿਹਾ ਉਹ ਵੀ ਦੱਸੋ ਨਾ। ਤੁਸੀਂ ਗੱਲ ਤੇ ਕਰ ਦਿੱਤੀ ਕਿ ਗਗਨ ਦਾ ਥਾਲ, ਫਿਰ ਉਹ ਘੁੰਮ ਕਿਵੇਂ ਰਿਹਾ? ਸਤਿਗੁਰੂ ਕਹਿੰਦੇ ਜੋ ਤਿਸ ਭਾਵੈ, ਭਾਵੇ ਦਾ ਅਰਥ ਉਹਦੇ ਭਾਣਾ, ਉਹਦਾ ਹੁਕਮ, ਜੋ ਤਿਸ ਭਾਵੈ ਸੋ ਆਰਤੀ ਹੋਏ।
ਉਹਦਾ ਹੁਕਮ ਜਿਹੜਾ ਹੈ ਨਾ ਉਹ ਇੰਜ ਸਮਝ ਲਓ ਜਿਵੇਂ ਘੁੰਮ ਰਿਹਾ ਹੈ। ਕਿਸੇ ਨੂੰ ਉਹ ਬਾਦਸ਼ਾਹ ਬਣਾ ਦਿੰਦਾ ਹੈ, ਕਿਸੇ ਨੂੰ ਰੰਕ ਕਰ ਦਿੰਦਾ ਹੈ, ਕਿਸੇ ਨੂੰ ਉਹ ਪਦਵੀਆਂ ਦੇ ਦਿੰਦਾ ਹੈ, ਕਿਸੇ ਨੂੰ ਉਹ ਨੀਵੇਂ ਕਰ ਦਿੰਦਾ ਹੈ, ਕਿਸੇ ਨੂੰ ਉਹ ਇੰਨਾ ਧਨ ਪਦਾਰਥ ਦੇਈ ਜਾਂਦਾ ਹੈ, ਕਿਸੇ ਨੂੰ ਕੁਝ ਵੀ ਨਹੀਂ ਦਿੰਦਾ। ਇਹ ਉਹਦਾ ਹੁਕਮ ਹੈ, ਇਹ ਉਹਦਾ ਭਾਣਾ ਹੈ। ਜੋ ਤਿਸ ਭਾਵੇ, ਜਿਵੇਂ ਉਹਨੂੰ ਪਾਉਂਦਾ ਹੈ ਸੋ ਆਰਤੀ ਹੋਏ। ਇਹਨੂੰ ਸਤਿਗੁਰ ਕਹਿੰਦੇ ਆਰਤੀ ਸਮਝ ਲਓ ਕਿ ਜਿਵੇਂ ਉਹਨੂੰ ਪਾਉਂਦਾ ਹੈ। ਜਿਵੇਂ ਇਹ ਜਿਹੜਾ ਆਕਾਸ਼ ਹੈ ਨਾ, ਇਹ ਵੀ ਹੁਕਮ ਦੇ ਵਿੱਚ ਹੀ ਘੁੰਮ ਰਿਹਾ ਨਾ। ਸਾਰਾ ਆਕਾਸ਼, ਸਾਰੀ ਧਰਤੀ ਉਹਦੇ ਹੁਕਮ 'ਚ ਘੁੰਮ ਰਹੀ ਹੈ, ਸਾਰੇ ਬ੍ਰਹਿਮੰਡ ਉਹਦੇ ਹੁਕਮ 'ਚ ਘੁੰਮ ਰਹੇ ਆ। ਸਤਿਗੁਰੂ ਕਹਿੰਦੇ ਇਹੀ ਉਹਦਾ ਭਾਣਾ ਹੀ ਥਾਲ ਹੈ ਘੁਮਾਉਣਾ। ਜਿਵੇਂ ਪੰਡਿਤ ਲੋਕ ਹੱਥ ਦੇ ਨਾਲ ਘੁਮਾਉਂਦੇ ਆ ਨਾ ਉਹਨੂੰ, ਥਾਲ ਨੂੰ, ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਇਹ ਸਾਰਾ ਬ੍ਰਹਿਮੰਡ ਘੁੰਮ ਰਿਹਾ ਹੈ। ਪਰ ਘੁੰਮ ਕਿਹਦੇ ਵਿੱਚ ਰਿਹਾ? ਜੋ ਤਿਸ ਭਾਵੇ, ਉਹਦੇ ਭਾਣੇ ਦੇ ਵਿੱਚ, ਉਹਦੀ ਰਜਾ ਦੇ ਵਿੱਚ, ਜੋ ਤਿਸ ਭਾਵੇ। ਜਿਵੇਂ ਉਹਨੂੰ ਭਾ ਰਿਹਾ ਉਵੇਂ ਹੀ ਘੁੰਮ ਰਿਹਾ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ। ਕਹਿੰਦੇ ਇਸ ਤਰ੍ਹਾਂ ਉਹਦੀ ਹੈ ਨਾ ਆਰਤੀ ਹੋ ਰਹੀ ਹੈ ਪੰਡਤੋ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਕਵਲ, ਇੱਥੇ ਕਵਲ ਹੈ, ਉੱਥੇ ਕਮਲ ਸ਼ਬਦ ਹੈ ਆਰਤੀ ਦੇ ਵਿੱਚ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਸਤਿਗੁਰੂ ਕਹਿੰਦੇ ਆ, ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਇਹ ਐਸਾ ਜਿਹੜਾ ਪਰਮਾਤਮਾ ਹੈ ਨਾ, ਐਸਾ ਜਿਹੜਾ ਵਾਹਿਗੁਰੂ ਹੈ, ਇਹ ਪੰਡਤੋ ਉਹਦੇ ਚਰਨ, ਜਿਹੜੇ ਚਰਨ ਕਵਲ ਆ ਨਾ, ਉਹਦੇ ਚਰਨਾਂ ਦਾ ਮਕਰੰਦ ਰਸ ਜਿਹੜਾ ਹੈ, ਚਰਨਾਂ ਕਮਲਾਂ ਦਾ ਰਸ ਭਾਵ ਉਹਦਾ ਪ੍ਰੇਮ ਰੂਪੀ ਜਿਹੜਾ ਰੰਗ ਹੈ, ਉਹ ਮੈਨੂੰ ਬੜਾ ਲੁਭਾਇਮਾਨ ਕਰਦਾ। ਲੋਭਿਤ ਮਨੋ, ਮੇਰਾ ਮਨ ਲੁਭਾ ਜਾਂਦਾ ਉਹਦੇ ਤੋਂ, ਉਹਦੇ ਤੋਂ ਮੇਰਾ ਮਨ ਵਾਰਨੇ ਜਾਂਦਾ ਹੈ। ਜਿਹਦੇ ਐਸੇ ਸੁੰਦਰ ਚਰਨ ਕਮਲ ਹਨ, ਜਿਹੜਾ ਐਸੇ ਉਹਦੇ ਸੁੰਦਰ ਚਰਨਾਂ ਕਮਲਾਂ ਦਾ ਜਿਹੜਾ ਰਸ ਹੈ ਨਾ, ਉਹਦੇ ਨਾਮ ਦਾ ਰਸ, ਚਰਨ ਕਮਲ ਤੋਂ ਭਾਵ ਉਹਦੇ ਨਾਮ ਦਾ ਰਸ। ਹਰ ਚਰਨ ਕਮਲ ਮਕਰੰਦ, ਮਕਰੰਦ ਦਾ ਅਰਥ ਹੁੰਦਾ ਰਸ, ਧੂੜ ਕਹਿ ਲਓ, ਰਸ ਕਹਿ ਲਓ। ਸਤਿਗੁਰੂ ਕਹਿੰਦੇ ਉਹਦੇ ਜਿਹੜਾ ਚਰਨਾਂ ਕਮਲਾਂ ਦਾ ਰਸ ਹੈ ਨਾ, ਜਿਹੜਾ ਨਾਮ ਦਾ ਰਸ ਹੈ, ਉਹਨੇ ਮੇਰਾ ਮਨ ਮੋਹ ਲਿਆ ਹੈ। ਲੋਭਿਤ ਮਨੋ, ਉਹਨੇ ਮੇਰਾ ਮਨ ਮੋਹ ਲਿਆ ਹੈ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਇੱਥੇ ਰੁਕਣਾ। ਅਨ ਦਿਨੋ ਮੋਹੇ ਆਹੀ ਪਿਆਸਾ। ਮੈਨੂੰ ਸਤਿਗੁਰ ਕਹਿੰਦੇ ਇਹੋ ਹੀ ਪਿਆਸ ਆ ਦਿਨ ਰਾਤ ਲੱਗੀ ਰਹਿੰਦੀ ਕਿ ਮੈਂ ਉਹਦਾ ਨਾਮ ਜਪਾਂ, ਮੈਂ ਉਹਦਾ ਸਿਮਰਨ ਕਰਾਂ, ਮੈਂ ਉਹਨੂੰ ਯਾਦ ਕਰਾਂ। ਮੇਰੇ ਮਨ ਦੇ ਵਿੱਚ ਅਨ ਦਿਨੋਂ ਦਾ ਅਰਥ ਹੁੰਦਾ ਦਿਨ ਰਾਤ, ਅਨ ਦਿਨੋਂ, ਅਨ ਦਿਨੋਂ ਮੋਹੇ ਆਹੀ ਪਿਆਸਾ। ਸਤਿਗੁਰ ਕਹਿੰਦੇ ਮੈਨੂੰ ਇਹੋ ਹੀ ਪਿਆਸ ਦਿਨ ਰਾਤ ਲੱਗੀ ਰਹਿੰਦੀ ਹੈ ਕਿ ਮੈਂ ਉਹਦੇ ਚਰਨਾਂ ਕਮਲਾਂ ਦਾ ਭੌਰਾ ਬਣ ਕੇ ਰਵਾਂ, ਉਹਦੇ ਚਰਨਾਂ ਦੇ ਅੱਗੇ ਝੁਕਿਆ ਰਵਾਂ, ਉਹਦੇ ਅੱਗੇ ਡੰਡੌਤਾਂ ਕਰਾਂ, ਉਹਦੇ ਅੱਗੇ ਨਮਸਕਾਰਾਂ ਕਰਾਂ। ਤੁਸੀਂ ਮੂਰਤੀ ਦੇ ਅੱਗੇ ਡੰਡੌਤ ਕਰਦੇ ਹੋ, ਮੂਰਤੀ ਦੇ ਚਰਨਾਂ ਕਮਲਾਂ ਦੇ ਅੱਗੇ ਝੁਕਦੇ ਹੋ। ਸਤਿਗੁਰ ਕਹਿੰਦੇ ਮੈਂ ਉਹਦੇ ਨਾਮ ਦੇ ਅੱਗੇ ਝੁਕਦਾ, ਉਸ ਅਕਾਲ ਪੁਰਖ ਦੇ ਚਰਨ ਰੂਪੀ, ਨਾਮ ਰੂਪੀ ਜਿਹੜੇ ਚਰਨ ਕਮਲ ਹਨ ਨਾ, ਉਹਦੇ ਅੱਗੇ ਝੁਕਦਾ। ਉਹਦੀ ਹੀ ਪਿਆਸ ਮੈਨੂੰ ਲੱਗੀ ਰਹਿੰਦੀ ਹੈ ਕਿ ਮੈਂ ਨਾਮ ਜਪਾਂ, ਸਿਮਰਨ ਕਰਾਂ, ਯਾਦ ਕਰਾਂ, ਵਾਰ-ਵਾਰ ਉਹਨੂੰ ਜਿਹੜਾ ਸਿਮਰਨ ਕਰਕੇ ਆਪਣੇ ਹਿਰਦੇ 'ਚ ਵਸਾਵਾਂ। ਇਹੀ ਪਿਆਸ ਮੈਨੂੰ ਦਿਨ ਰਾਤ ਲੱਗੀ ਰਹਿੰਦੀ ਹੈ। ਅਣਦਿਨ ਮੋਹੇ ਆਹੀ ਪਿਆਸਾ। ਫਿਰ ਸਤਿਗੁਰੂ ਬਖਸ਼ਿਸ਼ ਕਰਦੇ, ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ। ਕਹਿੰਦੇ ਦੋਵੇਂ ਹੱਥ ਜੋੜ ਕੇ ਨਾ ਪੰਡਤੋ ਇਸ ਤਰ੍ਹਾਂ ਕਹੋ ਕਿ ਹੇ ਵਾਹਿਗੁਰੂ ਜੀ, ਹੇ ਅਕਾਲ ਪੁਰਖ ਜੀ, ਕਿਰਪਾ ਜਲ ਦਿਓ ਸਾਨੂੰ, ਆਪਣੀ ਕਿਰਪਾ ਦੀ ਬਖਸ਼ਿਸ਼ ਕਰੋ। ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ। ਸਾਰੰਗ ਦਾ ਅਰਥ ਹੁੰਦਾ ਹੈ ਬਬੀਹਾ। ਕਿਰਪਾ ਕਰਕੇ ਜਿਵੇਂ ਬਬੀਹਾ ਉੱਡਦਾ ਹੈ ਤੇ ਉਹਨੂੰ ਸਵੰਤੀ ਬੂੰਦ ਮਿਲਦੀ ਹੈ ਨਾ, ਜਦੋਂ ਬਬੀਹਾ ਉੱਡਦਾ ਹੈ ਬਰਸਾਤਾਂ ਦੇ ਵਿੱਚ ਤੇ ਉਹਨੂੰ ਜਿਹੜੀ ਬੂੰਦ ਮਿਲਦੀ ਹੈ ਜਲ ਦੀ, ਤੇ ਉਹਦੀ ਪਿਆਸ ਬੁਝਦੀ ਹੈ। ਸਤਿਗੁਰੂ ਕਹਿੰਦੇ ਹੇ ਵਾਹਿਗੁਰੂ, ਸਾਡੇ ਉੱਤੇ ਵੀ ਐਸੀ ਕਿਰਪਾ ਕਰੋ ਕਿ ਸਾਨੂੰ ਵੀ ਆਪਣੀ ਕਿਰਪਾ ਦਾ ਜਲ ਦਿਓ। ਕਿਰਪਾ ਜਲ ਦੇ ਨਾਨਕ ਸਾਰੰਗ ਕਹੋ, ਹੋਏ ਜਾਤੇ ਤੇਰੇ ਨਾਏ ਵਾਸਾ। ਤਾਂ ਕਿ ਸਾਡਾ ਵੀ ਨਾਮ ਦੇ ਵਿੱਚ ਵਾਸਾ ਹੋ ਜਾਵੇ, ਜਾਂ ਸਾਡੇ ਅੰਦਰ ਵੀ ਆਪ ਜੀ ਦਾ ਨਾਮ ਜਿਹੜਾ ਵਸ ਜਾਏ। ਐਸੀ ਸਾਡੇ ਉੱਤੇ ਕਿਰਪਾ ਕਰੋ। ਜਾਂ ਹੇ ਪੰਡਤੋ, ਦੋਵੇਂ ਹੱਥ ਜੋੜ ਕੇ ਉਸ ਪ੍ਰਮਾਤਮਾ ਦੇ ਕੋਲੋਂ ਇਹ ਮੰਗੋ ਕਿ ਹੇ ਅਕਾਲ ਪੁਰਖ ਜੀ, ਹੇ ਵਾਹਿਗੁਰੂ ਜੀ, ਮੂਰਤੀ ਕੋਲੋਂ ਨਹੀਂ, ਉਸ ਅਕਾਲ ਪੁਰਖ ਕੋਲੋਂ ਮੰਗੋ ਕਿ ਕਿਰਪਾ ਜਲ, ਤੇ ਉਹਦੇ ਕੋਲੋਂ ਕਿਰਪਾ ਮੰਗੋ ਕਿ ਸਾਡੇ ਉੱਤੇ ਕਿਰਪਾ ਕਰ। ਅਸੀਂ ਬਬੀਏ ਦੀ ਤਰ੍ਹਾਂ ਪਿਆਸੇ ਹਾਂ ਆਪ ਜੀ ਦੇ ਨਾਮ ਤੋਂ, ਤੇ ਆਪ ਜੀ ਸਾਨੂੰ ਨਾਮ ਦੀ ਬਖਸ਼ਿਸ਼ ਕਰਕੇ ਤੇ ਉਸ ਨਾਮ ਦੇ ਵਿੱਚ ਸਾਡਾ ਸਦਾ ਲਈ ਨਿਵਾਸ ਹੋ ਜਾਵੇ। ਇਸ ਤਰ੍ਹਾਂ ਉਹਦੇ ਹੱਥ ਅੱਗੇ ਹੱਥ ਜੋੜ ਕੇ ਉਹਦੀ ਕਿਰਪਾ ਦੀ ਜਿਹੜੀ ਦਾਤ ਹੈ ਉਹ ਮੰਗੋ। ਸੋ ਸਤਿਗੁਰਾਂ ਨੇ ਇਹ ਜਿਹੜਾ ਨਾ ਅੱਜ ਦਾ ਇਹ ਪਾਵਨ ਸ਼ਬਦ ਬਖਸ਼ਿਸ਼ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਆਰਤੀ ਦਾ। ਇਹ ਆਰਤੀ ਦਾ ਸ਼ਬਦ ਨਹੀਂ ਹੈ, ਮੈਂ ਫਿਰ ਦੁਹਰਾ ਦੇਵਾਂ। ਆਪਾਂ ਇੱਥੇ ਜੋ ਆਰੰਭ ਦੇ ਵਿੱਚ ਗੱਲ ਕੀਤੀ ਸੀ ਕਿ ਦੋ ਸ਼ਬਦ ਹਨ, ਇਹ ਆਰਤੀ ਵਾਲਾ ਸ਼ਬਦ ਨਹੀਂ ਹੈ। ਉਹ ਜਿਹੜਾ ਆਰਤੀ ਵਾਲਾ ਸ਼ਬਦ ਹੈ ਉਹ ਧਨਾਸਰੀ ਮਹੱਲਾ ਪਹਿਲਾ, ਉੱਥੇ ਸਰਲੇਖ ਆਰਤੀ ਹੈ। ਇਹ ਜਿਹੜਾ ਸ਼ਬਦ ਹੈ ਇਹ ਆਰਤੀ ਵਾਲਾ ਨਹੀਂ ਹੈ, ਇਹ ਸੋਹਿਲਾ ਸਾਹਿਬ ਦੀ ਬਾਣੀ ਵਾਲਾ ਸ਼ਬਦ ਹੈ। ਇਸ ਕਰਕੇ ਇਹਨਾਂ ਦਾ ਫਰਕ ਵੀ ਆਪਾਂ ਜਾਣ ਲਿਆ ਕਿ ਕੀ ਇਹਦੇ ਵਿੱਚ ਫਰਕ ਹੈ। ਸੋ ਇਹ ਸਤਿਗੁਰਾਂ ਨੇ ਪਾਵਨ ਜਿਹੜੀ ਇਹ ਬਾਣੀ ਦਾ ਉਪਦੇਸ਼ ਦਿੱਤਾ ਹੈ
ਕਿ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਇੱਕ ਹੈ, ਨਿਰਗੁਣ ਤੇ ਸਰਗੁਣ ਉਹਦੇ ਦੋ ਰੂਪ ਹਨ। ਤੇ ਜੇ ਆਰਤੀ ਕਰਨੀ ਹੈ ਤੇ ਉਹਦੀ ਆਰਤੀ ਸੱਚੇ ਮਨ ਦੇ ਨਾਲ ਹੋ ਸਕਦੀ ਹੈ, ਉਹਨੂੰ ਸਿਮਰ ਕੇ, ਉਹਨੂੰ ਯਾਦ ਕਰਕੇ, ਉਹਦੇ ਨਾਮ ਦੇ ਵਿੱਚ ਲਿਵ ਜੋੜ ਕੇ। ਇਸ ਤਰ੍ਹਾਂ ਉਹਦੀ ਆਰਤੀ ਹੋ ਸਕਦੀ ਆ ਕਿਸੇ ਵਿਸ਼ੇਸ਼ ਥਾਲ ਦੇ ਵਿੱਚ ਜਿਹੜਾ ਹੈ ਪਰੋ ਕੇ, ਮਾਲਾ ਬਣਾ ਕੇ ਜਾਂ ਥਾਲ ਦੇ ਵਿੱਚ ਪਰੋ ਕੇ, ਮੋਤੀ ਰੱਖ ਕੇ, ਦੀਵੇ ਬਾਲ ਕੇ ਉਹਦੀ ਆਰਤੀ ਨਹੀਂ ਹੋ ਸਕਦੀ, ਕਿਉਂਕਿ ਉਹ ਬੜਾ ਵਿਸ਼ਾਲ ਪ੍ਰਭੂ ਹੈ। ਉਹਨੂੰ ਇੱਕ ਜਗ੍ਹਾ ਦੇ ਉੱਤੇ ਸੀਮਿਤ ਕਰਕੇ ਉਹਦੀ ਆਰਤੀ ਨਹੀਂ ਕੀਤੀ ਜਾ ਸਕਦੀ। ਇਹ ਉਪਦੇਸ਼ ਜਿਹੜਾ ਹੈ ਸਤਿਗੁਰਾਂ ਨੇ, ਗੁਰੂ ਨਾਨਕ ਸਾਹਿਬ ਨੇ ਦਿੱਤਾ। ਸੋ ਆਪ ਜੀ ਨੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਸਮਾਂ ਹੋ ਚੁੱਕਾ ਹੈ। ਤੇ ਬੇਨਤੀ ਹੈ ਕਿ ਆਪ ਜੀ ਨੇ ਜੇ ਕੁਝ ਪੁੱਛਣਾ ਹੈ ਤੇ ਆਪ ਜੀ ਆਪਣਾ ਮਾਈਕ ਔਨ ਕਰਕੇ ਪੁੱਛ ਸਕਦੇ ਹੋ, ਫਿਰ ਆਪਾਂ ਸਮਾਪਤੀ ਕਰੀਏ। ਵਾਹਿਗੁਰੂ। ਠੀਕ ਹੈ, ਵਾਹਿਗੁਰੂ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੁੜਨ ਵਾਸਤੇ। ਇਸੇ ਤਰ੍ਹਾਂ ਆਪ ਜੀ ਜੁੜਦੇ ਰਹੋ। ਸੋ ਕੱਲ ਨੂੰ ਆਪਾਂ ਸਵੇਰੇ ਜੋ 11ਵੀਂ ਵਾਰ ਹੈ, ਇਸੇ ਤਰ੍ਹਾਂ ਹੀ ਤੇ 2 ਸ਼ਬਦ ਆਪਣੇ ਜਿਹੜੇ ਆ ਸੋਹਿਲਾ ਸਾਹਿਬ ਦੇ ਸ਼ਾਮ ਵੇਲੇ ਆਪਾਂ ਉਹ ਦੋਵੇਂ ਵਿਚਾਰ ਕੇ, ਫਿਰ ਉਸ ਤੋਂ ਬਾਅਦ ਜਿਵੇਂ ਆਪ ਜੀ ਦਾ ਹੁਕਮ ਹੋਇਆ ਤੇ ਆਪਾਂ ਜਿਹੜਾ ਹੈ ਜਾਪ ਸਾਹਿਬ ਦੀ ਸੰਥਿਆ ਜਿਹੜੀ ਹੈ ਉਹ ਆਰੰਭ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।